ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਗੁਰ ਹਿਰਦੇ ਧਿਆਵੋ ਸ਼੍ਰੀ ਗੁਰ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਲਾਲਾ ਤਰੋ ਤਰਾ ਪੁਰ ਪੁੰਨ ਪੁੰਨ ਸੀਸਾ ਪਰ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਗੁਰੂ ਨਾਨਕ ਚਰਨ ਬੰਦ ਗੁਰੂ ਗੋਬਿੰਦ ਸਿੰਘ ਧਿਆਏ। ਲਿਖੋ ਉਤਪਤੀ ਖਾਲਸੇ ਮੋਨਿਜ ਕਰੋ ਸਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਾਚੀਨ ਪੰਥ ਪ੍ਰਕਾਸ਼ ਜੋ ਕਿ ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਦੇ ਦੁਆਰਾ ਇੱਕ ਬਹੁਤ ਵੱਡਾ ਗ੍ਰੰਥ ਜਿਹਦੇ ਵਿੱਚ ਸਿੱਖ ਇਤਿਹਾਸ ਦਾ ਬਹੁਤ ਵੱਡਾ ਹਿੱਸਾ ਜੋ ਕਿ ਉਹਨਾਂ ਨੇ ਐਕਸਪਲੇਨ ਕੀਤਾ ਹੈ। ਸੋ ਆਪਾਂ ਅੱਜ ਇੱਥੇ ਕਥਾ ਸ਼ੁਰੂ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਵਿਚਾਰ ਕਰਾਂਗੇ ਕਿ ਭਾਈ ਰਤਨ ਸਿੰਘ ਭੰਗੂ ਜੀ ਕੌਣ ਸੀ। ਭਾਈ ਰਤਨ ਸਿੰਘ ਭੰਗੂ ਜੀ ਭਾਈ ਮਹਿਤਾਬ ਸਿੰਘ ਮੀਰਾ ਕੋਟੀਏ ਜਿਨ੍ਹਾਂ ਨੇ ਕਿ ਮੱਸਾ ਰੰਗੜ ਦਾ ਸਿਰ ਵੱਢਿਆ ਸੀ, ਸੋ ਉਹਨਾਂ ਦੇ ਪੋਤਰੇ ਸੀ। ਜਦੋਂ ਮੱਸਾ ਰੰਗੜ ਦਾ ਸਿਰ ਵੱਢਿਆ ਸੀ ਤਾਂ ਜਿਹੜੀ ਉਸ ਸਮੇਂ ਦੀ ਪੁਲਿਸ ਸੀ, ਸੋ ਉਸ ਸਮੇਂ ਦੀ ਸਰਕਾਰ ਨੇ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੇ ਮਗਰ ਲਾ ਦਿੱਤੀ ਸੀ, ਕਿਉਂਕਿ ਕਿਸੇ ਦੇ ਘਰ ਦੇ ਵਿੱਚ ਜਾ ਕੇ ਜੋ ਕਿ ਆਪਣੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਜੋ ਕਿ ਬੇਪਤੀ ਕਰਦਾ ਸੀ, ਉੱਥੇ ਕੰਜਰੀਆਂ ਨਚਾਉਂਦਾ ਸੀ, ਸ਼ਰਾਬ ਪੀਂਦਾ ਸੀ, ਹੁੱਕਾ ਪੀਂਦਾ ਸੀ। ਸੋ ਉਹਨੇ ਖਾਲਸੇ ਦੇ ਅਸਥਾਨ ਦੀ ਬੇਅਦਬੀ ਕੀਤੀ ਸੀ। ਸੋ ਦੁਸ਼ਮਣ ਦੇ ਵਿੱਚ ਜਾ ਕੇ ਦੁਸ਼ਮਣ ਦਾ ਸੀਸ ਲਾਉਣਾ ਇਹ ਖਾਲਸੇ ਦੇ ਹਿੱਸੇ ਹੀ ਆਇਆ ਏ। ਸੋ ਇਸ ਚੀਜ਼ ਦਾ ਬਦਲਾ ਲੈਣ ਦੇ ਲਈ, ਮੱਸੇ ਦੀ ਮੌਤ ਦਾ ਬਦਲਾ ਲੈਣ ਲਈ ਸੋ ਉਸ ਸਮੇਂ ਦੀ ਹਕੂਮਤ ਨੇ ਜਿਹੜੀ ਵੀ ਆਪਣੀ ਸਾਰੀ ਪੁਲਿਸ ਸੀ, ਸੋ ਉਹ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੇ ਮਗਰ ਲਾ ਦਿੱਤੀ ਸੀ। ਸੋ ਜਿਹੜੀ ਵੀ ਪੁਲਿਸ ਸੀ ਉਹ ਭਾਈ ਮਹਿਤਾਬ ਸਿੰਘ ਦੇ ਪਿੰਡ ਵਿਖੇ ਗਈ ਜੋ ਕਿ ਭਾਈ ਮਹਿਤਾਬ ਸਿੰਘ ਦਾ ਪੁੱਤਰ ਸੀ ਰਾਏ ਸਿੰਘ। ਸੋ ਜਦੋਂ ਮਹਿਤਾਬ ਸਿੰਘ ਉੱਥੋਂ ਹਰਨ ਪਰਨ ਹੋਣ ਲੱਗਾ, ਉੱਥੋਂ ਨਿਕਲਣ ਗੁਪਤ ਹੋਣ ਲੱਗਾ ਆਪਣੇ ਪਿੰਡ ਤੋਂ, ਉੱਥੋਂ ਜਾਂਦੇ ਜਾਂਦੇ ਨੇ ਆਪਣਾ ਜਿਹੜਾ ਪੁੱਤਰ ਸੀ ਭਾਈ ਰਾਏ ਸਿੰਘ ਉਹ ਛੋਟੀ ਉਮਰ ਦੇ ਵਿੱਚ ਹੀ ਸੀ। ਸੋ ਉਹਨੂੰ ਉੱਥੋਂ ਦੇ ਚੌਧਰੀ ਦੇ ਕੋਲ ਦੇ ਜਾਂਦਾ ਆ। ਉਹਦਾ ਦੋਸਤ ਸੀ ਭਾਈ ਮਹਿਤਾਬ ਸਿੰਘ ਜੀ ਦਾ ਉੱਥੋਂ ਦਾ ਚੌਧਰੀ ਨੱਥਾ। ਸੋ ਜਦੋਂ ਉੱਥੋਂ ਦੇ ਪੁਲਿਸ ਨੂੰ ਪਤਾ ਲੱਗਦਾ ਆ ਕਿ ਇੱਦਾਂ ਦਾ ਕਰਕੇ ਵੀ ਭਾਈ ਰਾਏ ਸਿੰਘ ਉੱਥੋਂ ਦੇ ਚੌਧਰੀ ਦੇ ਕੋਲ ਆ, ਸੋ ਉਹਨਾਂ ਨੇ ਕਿਹਾ ਕਿ ਤੂੰ ਸਾਨੂੰ ਮਹਿਤਾਬ ਸਿੰਘ ਦਾ ਪੁੱਤਰ ਦੇ ਦੇ। ਪਰ ਨੱਥੇ ਨੇ ਆਪਦੀ ਦੋਸਤੀ ਬਰਕਰਾਰ ਰੱਖਣ ਦੇ ਲਈ ਉੱਥੋਂ ਦੀ ਪੁਲਿਸ ਦੇ ਨਾਲ ਜੰਗ ਕੀਤੀ। ਸੋ ਉਸ ਜੰਗ ਦੇ ਵਿੱਚ ਜਿਹੜਾ ਭਾਈ ਰਾਏ ਸਿੰਘ ਸੀ, ਸੋ ਉੱਥੋਂ ਦੀ ਪੁਲਿਸ ਨੇ ਉਸ ਦਾ ਸੀਸ ਵੱਢਣ ਦੀ ਕੋਸ਼ਿਸ਼ ਕੀਤੀ, ਪਰ ਉਹਦੀ ਸਾਹ ਵਾਲੀ ਰਗ ਬਚ ਜਾਂਦੀ ਆ। ਸੋ ਉਸ ਤੋਂ ਬਾਅਦ ਵਿੱਚ ਉੱਥੋਂ ਇੱਕ ਬੀਬੀ ਆਉਂਦੀ ਆ ਅਤੇ ਉਹ ਜਿਹੜੀ ਮਾਈ ਹੁੰਦੀ ਆ ਉਹ ਉੱਥੋਂ ਭਾਈ ਰਾਏ ਸਿੰਘ ਨੂੰ ਬਚਾ ਕੇ ਲੈ ਜਾਂਦੀ ਆ। ਸੋ ਉਸ ਤੋਂ ਬਾਅਦ ਵਿੱਚ ਭਾਈ ਰਾਏ ਸਿੰਘ ਦੇ ਅੱਗੇ ਜਦੋਂ ਉਹਦੇ ਆਨੰਦ ਕਾਰਜ
ਕਿਉਂਕਿ ਉਹ ਇੱਕ ਸ਼ਹੀਦ ਸਿੰਘ ਦਾ ਪੁੱਤਰ ਸੀ, ਭਾਈ ਮਹਿਤਾਬ ਸਿੰਘ ਜੀ ਦਾ। ਸੋ ਉਸ ਦਾ ਆਨੰਦ ਕਾਰਜ ਸ਼ਾਮ ਸਿੰਘ ਜੀ ਨੇ ਆਪਣੀ ਪੁੱਤਰੀ ਦੇ ਨਾਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੇ ਘਰੇ ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਦਾ ਜਨਮ ਹੁੰਦਾ ਆ। ਸੋ ਬਹੁਤ ਹੀ ਵਿਦਵਾਨ ਸਨ, ਉਹਨਾਂ ਨੇ ਬਹੁਤ ਹੀ ਖਾਲਸੇ ਪੰਥ ਖਾਲਸੇ ਦਾ ਅਸਲ ਇਤਿਹਾਸ ਆ ਜੋ ਕਿ ਇੱਕ ਨਿਹੰਗਾਂ ਸਿੰਘਾਂ ਦਾ ਇਤਿਹਾਸ ਜਿਹਨੂੰ ਕਿ ਅੱਜ ਦੇ ਸਮੇਂ ਕੋਈ ਨਹੀਂ ਪ੍ਰਚਾਰਿਆ ਜਾਂਦਾ। ਸੋ ਅਸੀਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਜਿੰਨੀ ਵੀ ਸੇਵਾ ਹੋ ਸਕੀ ਅਸੀਂ ਪੰਥ ਖਾਲਸੇ ਬੁੱਢੇ ਦਲ ਅਤੇ ਹੋਰ ਦਲਾਂ ਪੰਥਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸੋ ਹੁਣ ਅਸੀਂ ਸ਼ੁਰੂ ਕਰਦੇ ਹਾਂ ਕਿ ਭਾਈ ਰਤਨ ਸਿੰਘ ਜੀ ਭੰਗੂ ਜੋ ਕਿ ਸ਼ੁਰੂ ਕਰਦੇ ਹਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਹਰ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਵਿੱਚ ਜਿੰਨੇ ਵੀ ਗ੍ਰੰਥ ਆ ਪੰਥ ਖਾਲਸੇ ਦੀ ਇਹੀ ਨਿਸ਼ਾਨੀ ਹੁੰਦੀ ਆ ਕਿ ਉਹ ਹਰ ਕਿਸੇ ਵੀ ਚੀਜ਼ ਦਾ ਕ੍ਰੈਡਿਟ ਆਪ ਨਹੀਂ ਲੈਂਦੇ। ਸੋ ਇਸ ਕਰਕੇ ਸਟਾਰਟਿੰਗ ਦੇ ਵਿੱਚ ਹੀ ਉਹਨਾਂ ਨੇ ਕਿਹਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਅੱਥ ਸ਼੍ਰੀ ਗੁਰਪੰਥ ਪ੍ਰਕਾਸ਼ ਗ੍ਰੰਥੇ। ਅੱਥ ਮਤਲਬ ਹੁਣ ਮੈਂ ਗੁਰਪੰਥ ਪ੍ਰਕਾਸ਼ ਲਿਖਣ ਲੱਗਾ ਹਾਂ। ਪਹਿਲਾਂ ਉਹ ਇਸ ਪੂਰੇ ਟੌਪਿਕ ਦਾ ਨਾਮ ਉਹ ਲਿਖਦੇ ਆ ਪ੍ਰਥਮੇ ਖਾਲਸੇ ਜੀ ਕੀ ਆਦਿ ਉਤਪਤੀ ਕੀ ਸਾਖੀ, ਭਾਵ ਕਿ ਇਸ ਗ੍ਰੰਥ ਲਿਖਣ ਦਾ ਰੀਜ਼ਨ ਕੀ ਸੀ, ਕਾਰਨ ਕੀ ਸੀ, ਅਤੇ ਉਸ ਤੋਂ ਬਾਅਦ ਵਿੱਚ 10 ਗੁਰੂਆਂ ਦਾ ਇਤਿਹਾਸ ਅਤੇ ਖਾਲਸੇ ਦੀ ਉਤਪਤੀ ਕਿੱਦਾਂ ਹੋਈ। ਸੋ ਉਸ ਦੇ ਬਾਰੇ ਜ਼ਿਕਰ ਕਰਦੇ ਹਨ। ਦੋਹਰਾ ਸ੍ਰੀ ਗੁਰੂ ਨਾਨਕ ਚਰਨ ਬੰਦ ਗੁਰੂ ਗੋਬਿੰਦ ਸਿੰਘ ਤਿਹਾਏ, ਲਿਖੋ ਉਤਪਤੀ ਖਾਲਸੇ ਮੋਨਿਜ ਕਰੋ ਸਹਾਏ। ਹੁਣ ਇੱਥੋਂ ਪਤਾ ਲੱਗਦਾ ਆ ਕਿ ਭਾਈ ਰਤਨ ਸਿੰਘ ਜੀ ਭੰਗੂ ਸੀ ਜੋ ਸੀ ਸਿੰਘ ਸੀ। ਸੋ ਇਹ ਬਹੁਤ ਵਿਦਵਾਨ ਸੀ। ਸੋ ਉਹਨਾਂ ਨੂੰ ਖਾਲਸੇ ਪੰਥ ਦੇ ਇਤਿਹਾਸ ਦੀ ਬਹੁਤ ਜ਼ਿਆਦਾ ਗਿਆਨ ਸੀ ਕਿਉਂਕਿ ਉਹਨਾਂ ਨੇ ਸ਼ਹੀਦਾਂ ਸਿੰਘਾਂ ਦੀ ਆਪਣੇ ਜਿੰਨੇ ਵੀ ਪੂਰਵਜ ਸੀ ਬਜ਼ੁਰਗ ਸੀ ਉਹਨਾਂ ਦੀ ਸੰਗਤ ਕੀਤੀ ਸੀ। ਸੋ ਸ਼ੁਰੂਆਤ ਹੀ ਇੱਥੋਂ ਕਰਦੇ ਹਨ ਕਿ ਸਾਰਿਆਂ ਨਾਲੋਂ ਪ੍ਰਥਮ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਕਰਦਾ ਹਾਂ ਅਤੇ ਉਹ ਮੈਂ ਖਾਲਸੇ ਦੀ ਉਤਪੱਤੀ ਜਿੱਦਾਂ ਖਾਲਸਾ ਪ੍ਰਗਟ ਹੋਇਆ ਉਹਦੀ ਸਾਖੀ ਲਿਖਣ ਜਾ ਰਿਹਾ ਹਾਂ ਅਤੇ ਉਹ ਮਹਾਰਾਜ ਨੂੰ ਬੇਨਤੀ ਕਰਦੇ ਹਨ ਕਿ ਮੇਰੇ ਸਹਾਈ ਹੋਣਾ ਆ। ਚੌਪਈ ਅਬ ਮੈਂ ਲਿਖੋਂ ਸਿੰਘਨ ਕੀ ਸਾਖੀ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਹੁਣ ਮੈਂ ਜਿਹੜੀ ਵੀ ਪੰਥ ਖਾਲਸੇ ਦੀ ਜਿੰਨੀ ਵੀ ਸਾਖੀ ਆ ਉਹ ਸਾਰੀ ਮੈਂ ਲਿਖਣ ਜਾ ਰਿਹਾ ਹਾਂ। ਜਿਹੇ ਬਿਦ ਬੜਨ ਅਸਾਡਨ ਆਖੀ। ਜਿਹੜੀ ਕਿ ਸਾਖੀ ਜਿਹੜੀਆਂ ਕਿ ਜੋ ਵੀ ਜਿੰਨੀਆਂ ਵੀ ਜੰਗਾਂ ਜੋ ਵੀ ਯੁੱਧ ਪੰਥ ਖਾਲਸੇ ਨੇ ਕੀਤੇ ਹਨ ਉਹਨਾਂ ਦੇ ਪੂਰਵਜ ਭਾਵ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਕਿਉਂਕਿ ਉਹ ਦੋਵੇਂ ਦੋਸਤ ਸਨ। ਸੋ ਇਸ ਚੀਜ਼ ਦਾ ਮੇਲ ਜੋਲ ਹੁੰਦਾ ਰਹਿੰਦਾ ਸੀ। ਹੋਰ ਵੀ ਜਿੰਨੇ ਵੀ ਬਜ਼ੁਰਗ ਸਿੰਘ ਸੀ ਕਿਉਂਕਿ ਉਹਨਾਂ ਦੇ ਨਾਨਕੇ ਸਾਰੇ ਜਿੰਨਾ ਵੀ ਪਰਿਵਾਰ ਸੀ ਸਾਰੇ ਸ਼ਹੀਦਾਂ ਸਿੰਘਾਂ ਨਾਲ ਸੰਬੰਧ ਰੱਖਦਾ ਸੀ। ਸੋ ਕਹਿੰਦੇ ਆ ਕਿ ਜਿੰਨਾ ਜੋ ਵੀ ਮੈਂ ਅੱਗੇ ਸੁਣਾਊਂਗਾ ਮੈਂ ਆਪਣੇ ਪੂਰਵਜਾਂ ਦੇ ਕੋਲੋਂ ਸੁਣਿਆ ਹੈ। ਔਰ ਪੁਰਾਤਨ ਤੇ ਵੀ ਸੁਣੀ। ਹੋਰ ਵੀ ਮੈਂ ਪੁਰਾਣੇ ਜਿੰਨੇ ਵੀ ਸਿੰਘ ਸਰਦਾਰ ਸੀ ਜਿੰਨੇ ਵੀ ਖਾਲਸਾ ਪੰਥ ਸੀ ਜਿੰਨੇ ਵੀ ਨਿਹੰਗ ਸਿੰਘ ਸੀ ਸੋ ਪੰਥ ਖਾਲਸੇ ਦੇ ਕੋਲੋਂ ਮੈਂ ਸਾਰੀ ਸਾਖੀ ਸੁਣੀ ਆ। ਹੁੰਤ ਜੋ ਬਿਰਦ ਸਿੱਖ ਬਹੁ ਗੁਣੀ। ਜਿਹੜੇ ਵੀ ਉਹ ਕਹਿੰਦੇ ਹਨ ਜਿਹੜੇ ਵੀ ਸਿੰਘਾਂ ਦੇ ਕੋਲੋਂ ਸੁਣੀ ਆ ਬਹੁਤ ਹੁਣ ਬਿਰਦ ਹੋ ਚੁੱਕੇ ਹਨ। ਸੋ ਜਿਨ੍ਹਾਂ ਨੇ ਵੀ ਜੰਗਾਂ ਯੁੱਧਾਂ ਦੇ ਵਿੱਚ ਮੂਹਰੇ ਹੋ ਕੇ ਬੰਦੇ ਬਹਾਦਰ ਦੇ ਨਾਲ ਅਤੇ ਹੋਰ ਜਿੰਨੇ ਵੀ ਭਾਈ ਵਿਨੋਦ ਸਿੰਘ ਦੇ ਨਾਲ ਸਿੰਘ ਰਹੇ ਆ ਬਾਅਦ ਵਿੱਚ ਭਾਈ ਮਨੀ ਸਿੰਘ ਜੀ ਦੇ ਨਾਲ ਸਿੰਘ ਰਹੇ ਆ। ਸੋ ਬਾਬਾ ਦੀਪ ਸਿੰਘ ਜੀ ਦੇ ਨਾਲ ਵੀ ਸਿੰਘ ਰਹੇ ਆ। ਸੋ ਉਹਨਾਂ ਦੀ ਸਾਰਿਆਂ ਦੀ ਸਾਖੀ ਕਰਮਵਾਰ ਵੀ ਕਿੱਦਾਂ ਕੀ ਹੋਇਆ ਉਹ ਹੁਣ ਮੈਂ ਸੁਣਾਊਂਗਾ। ਸੋ ਮੈਂ ਕਹੂੰ ਯਥਾ ਮਤ ਮਾਹੀ। ਉਹ ਮੈਂ ਜਿੰਨੀ ਵੀ ਕਥਾ ਆ ਮੈਂ ਆਪਣੀ ਮਤ ਦੇ ਅਨੁਸਾਰ ਲਿਖੂੰਗਾ। ਮਨ ਤਨ ਪ੍ਰੀਤ ਭਾਉ ਭੈ ਦਾਹੀ। ਉਹ ਜਿੰਨੀ ਵੀ ਕਥਾ ਆ ਮਨ ਤਨ ਪ੍ਰੀਤ ਸਰੀਰ ਕਰਕੇ ਪ੍ਰੀਤ ਕਰਕੇ ਮਨ ਕਰਕੇ ਇਸ ਨੂੰ ਡਰ ਇਹ ਜਿੰਨੀ ਵੀ ਸਾਖੀ ਆ ਸਾਰੇ ਡਰ ਨੂੰ ਨਾਸ਼ ਕਰਨ ਵਾਲੀ ਆ। ਜਿਹੇ ਬਿਦ ਕਹੀ ਅੰਗਰੇਜ਼ਨ ਸੰਗ। ਕਿਉਂਕਿ ਜਿੰਨੀ ਵੀ ਸਾਖੀ ਸੀ ਇੱਕ ਭਾਈ ਰਤਨ ਸਿੰਘ ਜੀ ਭੰਗੂ ਇੱਕ ਅੰਗਰੇਜ਼ ਨੂੰ ਜਿਹੜਾ ਕਿ ਉਹਨਾਂ ਦੇ ਕੋਲੋਂ ਇਸ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਆਇਆ ਸੀ। ਸੋ ਉਸ ਗੱਲ ਦਾ ਜ਼ਿਕਰ ਕਰਦੇ ਪਏ ਆ ਕਿ ਮੈਂ ਇਹ ਸਾਰੀ ਸਾਖੀ ਜਿੰਨੀ ਵੀ ਆ ਮੈਂ ਅੰਗਰੇਜ਼ ਨੂੰ ਸੁਣਾਉਣ ਲੱਗਾ ਆ। ਰੱਖੋਂ ਉਥਾਨ ਕਾ ਸੋ ਪ੍ਰਸੰਗ। ਉਹ ਕਹਿੰਦੇ ਆ ਮੈਂ ਜਿਹੜੇ ਤਰੀਕੇ ਦੇ ਨਾਲ ਖਾਲਸੇ ਦਾ ਪ੍ਰਸੰਗ ਹੋਇਆ ਆ ਮੈਂ ਉੱਦਾਂ ਹੀ ਜਿੱਦਾਂ ਜੋ ਵਰਤਾਰੇ ਹੋਇਆ ਮੈਂ ਉੱਦਾਂ ਹੀ ਸਾਰਾ ਕੁਝ ਤੁਹਾਨੂੰ ਦੱਸੂਗਾ। ਹੁਤੋ ਡਬਾਈ ਫਰਾਸੀਸ ਫਿਰੰਗੀ। ਅੱਗੇ ਉਹ ਜ਼ਿਕਰ ਕਰਦੇ ਹਨ ਕਿ ਫਿਰੰਗੀ ਅੰਗਰੇਜ਼ਾਂ ਦਾ ਇੱਥੇ ਜ਼ਿਕਰ ਆ ਜਾਂਦਾ ਆ ਕਿ ਉਸ ਸਮੇਂ ਅੰਗਰੇਜ਼ ਉੱਥੇ ਰਾਜ ਕਰਦੇ ਹੁੰਦੇ ਆ। ਸੋ ਅੰਗਰੇਜ਼ਾਂ ਦਾ ਰਾਜ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ।
ਸੋ ਕਹਿੰਦੇ ਆ ਵੀ ਇੱਕ ਫਿਰੰਗੀ ਅੰਗਰੇਜ਼ ਸੀ ਜਿਹਦਾ ਨਾਮ ਢਬਾਈ ਸੀ। ਮਰਹੱਟਨ ਨੌਕਰ ਰੱਖਿਓ ਸੋ ਜੰਗੀ। ਸੋ ਉਸ ਅੰਗਰੇਜ਼ ਨੂੰ ਜਿਹੜੇ ਮਰਹੱਟੇ ਸੀ, ਜਿਹੜਾ ਕਿ ਸ਼ਿਵਾਜੀ ਮਰਹੱਟੇ ਹੋਰ ਵੀ ਉਹ ਰਾਜਾਂ ਦੇ ਉੱਤੇ ਰਾਜ ਕਰਦੇ ਸੀ, ਤੇ ਉਹਨਾਂ ਮਰਹੱਟਿਆਂ ਨੇ ਉਸ ਅੰਗਰੇਜ਼ ਨੂੰ ਨੌਕਰ ਰੱਖਿਆ ਸੀ। ਕਿਉਂਕਿ ਜਦੋਂ ਵੀ ਅੰਗਰੇਜ਼ ਪਹਿਲਾਂ ਵੀ ਪੰਜਾਬ ਦੇ ਵਿੱਚ ਆਏ ਸਨ, ਸੋ ਉਹਨਾਂ ਨੇ ਪਹਿਲਾਂ ਵਪਾਰ ਕਰਨਾ ਜਾਂ ਕਾਰੋਬਾਰ ਕਰਨ ਤੋਂ ਹੀ ਸ਼ੁਰੂ ਕੀਤਾ ਸੀ। ਸੋ ਉਸ ਸਮੇਂ ਅੰਗਰੇਜ਼ ਰਾਜ ਦਰਬਾਰਾਂ ਦੇ ਵਿੱਚ ਨੌਕਰੀ ਕਰਦੇ ਹੁੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਉਹਨੇ ਆਪਣੇ ਫੌਜ ਨੂੰ ਟ੍ਰੇਨਿੰਗ ਦੇਣ ਦੇ ਲਈ, ਸਿਖਲਾਈ ਦੇਣ ਦੇ ਲਈ ਅੰਗਰੇਜ਼ ਰੱਖੇ ਹੁੰਦੇ ਸਨ। ਜਰਨੈਲ ਵੀ ਅੰਗਰੇਜ਼ ਰੱਖੇ ਹੁੰਦੇ ਸਨ ਉਹਨੇ। ਤੇ ਸੋ ਇਸ ਬਾਰੇ ਜ਼ਿਕਰ ਕਰਦੇ ਹਨ ਕਿ ਮਰਹੱਟਿਆਂ ਦੇ ਵਿੱਚ ਉਹ ਢਬਾਈ ਨਾਮ ਦਾ ਅੰਗਰੇਜ਼ ਸੋ ਨੌਕਰੀ ਕਰਦਾ ਹੁੰਦਾ ਸੀ, ਨੌਕਰ ਸੀ। ਇੱਕ ਕੰਪੂ ਤਿਸ ਸੁਪੁਰਦ ਕਰ ਦਇਓ। ਸੋ ਉਹਨਾਂ ਮਰਹੱਟਿਆਂ ਨੇ ਉਹਨੂੰ ਨੌਕਰ ਰੱਖਿਆ ਸੀ ਤੇ ਉਹਨਾਂ ਨੇ ਇੱਕ ਜਿੱਦਾਂ ਇੱਕ ਫੌਜ ਦਾ ਟੁਕੜਾ ਹੁੰਦਾ ਆ, ਸੋ ਉਹਨੇ ਉਹਨਾਂ ਨੂੰ ਉਸ ਅੰਗਰੇਜ਼ ਨੂੰ ਥੋੜ੍ਹਾ ਬਹੁਤਾ ਰਾਜ ਸਾਜ ਮਰਹੱਟਿਆਂ ਨੇ ਦੇ ਦਿੰਦਾ ਹੁੰਦਾ ਆ। ਬਹੁਤ ਬਰਸ ਸੋ ਚਾਕਰ ਰਹਿਓ। ਸੋ ਉਸ ਸਮੇਂ ਉਹ ਜਿਹੜਾ ਢਬਾਈ ਨਾਮ ਦਾ ਅੰਗਰੇਜ਼ ਸੀ, ਸੋ ਉੱਥੇ ਮਰਹੱਟਿਆਂ ਦੇ ਕੋਲ ਬਹੁਤ ਸਮੇਂ ਤੱਕ, ਬਹੁਤ ਬਰਸਾਂ ਤੱਕ, ਬਹੁਤ ਸਾਲਾਂ ਤੱਕ ਸੋ ਉੱਥੇ ਨੌਕਰੀ ਕਰਦਾ ਰਿਹਾ ਆ। ਭਇਓ ਬੁੱਢੋ ਤੋ ਤੱਕਿਓ ਵਤਨ। ਸੋ ਜਦੋਂ ਬਿਰਧ ਹੋ ਗਿਆ, ਬੁੜਾ ਹੋ ਗਿਆ, ਉਹਦੀ ਬਹੁਤ ਜ਼ਿਆਦਾ ਉਮਰ ਹੋ ਗਈ, ਸੋ ਉਹਨੇ ਸਭ ਫੈਸਲਾ ਕੀਤਾ ਕਿ ਉਹ ਹੁਣ ਆਪਣੇ ਜਿਹੜਾ ਵੀ ਆ, ਸੋ ਆਪਣੇ ਜਿਹੜਾ ਉਹਦਾ ਆਪ ਦਾ ਮੁਲਕ ਸੀ ਜਿੱਥੋਂ ਉਹ ਆਇਆ ਸੀ, ਸੋ ਜਿਹੜੇ ਫਿਰੰਗੀ ਸੀ ਉਹ ਇੰਗਲੈਂਡ, ਲੰਡਨ ਤੋਂ ਆਏ ਹੈ, ਵਿਦੇਸ਼ ਤੋਂ ਆਏ ਸੀ, ਕਿਉਂਕਿ ਅਸਲ ਅੰਗਰੇਜ਼ ਗੋਰੇ ਆ ਜਿਹੜੇ, ਸੋ ਇੰਗਲੈਂਡ ਦੇ ਨਾਲ ਸੰਬੰਧ ਰੱਖਦੇ ਆ। ਸੋ ਆਪਦੇ ਵਰਤ ਜਦੋਂ ਬੁੜਾ ਹੋਇਆ, ਸੋ ਆਪਦੇ ਵਤਨ ਨੂੰ ਵਾਪਸ ਇੰਗਲੈਂਡ ਨੂੰ ਪਰਤ ਗਿਆ। ਤੁਰਿਓ ਵੇਚ ਸਭ ਆਪਨ ਜਤਨ। ਸੋ ਉਹਨੇ ਜਿੰਨਾ ਵੀ ਆਪਦਾ ਮਾਲ ਧਨ ਜਿੰਨਾ ਵੀ ਬਣਾਇਆ ਸੀ, ਜਿੰਨਾ ਵੀ ਉਹਨੇ ਰਾਜ ਸਾਜ ਬਣਾਇਆ ਸੀ, ਆਪਦੀ ਕਮਾਈ ਕਰਕੇ ਬਣਾਇਆ ਸੀ, ਸੋ ਉਹਨੇ ਜਿੰਨਾ ਵੀ ਸੀ ਉਹ ਸਾਰਾ ਕੁਝ ਵੇਚ ਦਿੱਤਾ। ਪੀਰੂ ਭੈਣ ਜਾਇਓ ਉਸ ਆਹੇ। ਸੋ ਉਹਦੀ ਇੱਕ ਭੈਣ ਸੀ, ਉਹਦਾ ਨਾਮ ਸੀਗਾ ਪੀਰੂ। ਜਿਹੜਾ ਉਹਦਾ ਪੁੱਤਰ ਸੀ ਉਹਦਾ ਨਾਮ ਸੀ ਪੀਰੂ। ਸੋ ਪੀਰੂ ਨਾਮ ਦਾ ਉਹਦਾ ਜਿਹੜਾ ਸੀ, ਉਸਦੀ ਭੈਣ ਦਾ ਜਿਹੜਾ ਮੁੰਡਾ ਸੀ ਉਹਦਾ ਨਾਮ ਸੀਗਾ ਪੀਰੂ। ਸੋ ਉਹਦੇ ਬਾਰੇ ਉਹ ਜ਼ਿਕਰ ਕਰਦਾ ਆ। ਬਾਕੀ ਸੌਂਪ ਗਇਓ ਉਸ ਆਹੇ। ਜੋ ਉਹਦੇ ਕੋਲ ਜਿੰਨਾ ਵੀ ਥੋੜਾ ਬਹੁਤਾ ਸਮਾਨ ਸੀ, ਅਸਲਾ ਸੀ, ਬਰੂਦ ਸੀ, ਹੋਰ ਸ਼ਸਤਰ ਵਸਤਰ ਸੀਗੇ, ਆਪਦੇ ਵਸਤਰ ਸੀ, ਸੋ ਉਹਨੇ ਜਿੰਨਾ ਵੀ ਸਾਜੋ ਸਮਾਨ ਸੀ, ਸੋ ਉਹਨੇ ਉਹਨੂੰ ਸੌਂਪ ਦਿੱਤਾ। ਦੋਹਰਾ ਸੋ ਪੀਰੂ ਇੱਕ ਕੰਪੂਓ ਔਰ ਕੀਏ ਤਿੰਨ ਚਾਰ। ਸੋ ਜਿਹੜਾ ਉਹ ਪੀਰੂ ਸੀ ਉਹ ਕਹਿੰਦੇ ਆ ਵੀ ਔਰ ਕੀਏ ਤਿੰਨ ਚਾਰ, ਜਿਹੜਾ ਉਹਨੂੰ ਇੱਕ ਜਿਹੜਾ ਜਿੰਨੀ ਵੀ ਫੌਜ ਦੀ ਟੁਕੜੀ ਸੀ, ਭਾਵ ਕਿ ਮਰਹੱਟਿਆਂ ਨੇ ਉਸ ਅੰਗਰੇਜ਼ ਨੂੰ ਇੱਕ ਦਿੱਤੀ ਸੀ। ਸੋ ਉਹਨੇ ਜਿਹੜਾ ਪੀਰੂ ਸੀ ਉਹ ਨੌਜਵਾਨ ਗੱਭਰੂ ਸੀ, ਸੋ ਉਹਨੇ ਮਿਹਨਤ ਕਰਕੇ ਆਪਦੇ ਨਾਲ ਸਾਰੇ ਬੰਦੇ ਜੋੜ ਕੇ, ਹੋਰ ਸਾਜੋ ਸਮਾਨ ਜੋੜ ਕੇ 1 ਤੋਂ 3 ਤੋਂ 4 ਕਰ ਦਿੱਤੇ। ਦਿੱਲੀ ਅਤੇ ਆਗਰੋ ਗੰਗ ਬੀਚ ਬਹਿਓ ਮਾਰ। ਸੋ ਉਹਨਾਂ ਨੇ ਜਿੰਨੇ ਵੀ ਇਲਾਕੇ ਸੀ, ਸੋ ਪੀਰੂ ਨੇ ਉਹਨੇ 4 ਬਣਾ ਲਏ ਸੀ। ਸੋ ਦਿੱਲੀ ਦਾ ਇਲਾਕਾ ਮਰਹੱਟਿਆਂ ਦੇ ਵੱਲੋਂ ਦੇ ਦਿੱਤਾ ਜਾਂਦਾ ਆ, ਤੇ ਆਗਰੇ ਦਾ ਇਲਾਕਾ ਉਹਨੂੰ ਜਿਹੜਾ ਪੀਰੂ ਸੀ, ਸੋ ਉਹਨੂੰ ਮਰਹੱਟਿਆਂ ਦੇ ਵੱਲੋਂ ਦੇ ਦਿੱਤਾ ਜਾਂਦਾ ਆ। ਚੌਪਈ ਮਰਹੱਟਨ ਕੋ ਤਬ ਸੰਸੋ ਪਇਓ। ਜਿਹੜੇ ਮਰਹੱਟੇ ਸੀ, ਸੋ ਉਹਨਾਂ ਨੂੰ ਸ਼ੱਕ ਪੈ ਗਿਆ, ਕਿਉਂਕਿ ਜਦੋਂ ਇਹ ਚੀਜ਼ਾਂ ਦਾ ਬਹੁਤ ਪ੍ਰਭਾਵ ਪੈਂਦਾ ਆ, ਜਦੋਂ ਕਿਸੇ ਦੇ ਰਾਜ ਦੇ ਵਿੱਚ ਜਦੋਂ ਕੋਈ ਵੀ ਆਪਣਾ ਸਾਜੋ ਸਮਾਨ, ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਦੀ ਆਜ਼ਾਦ ਫੌਜ, ਖਾਲਸਾ ਫੌਜ ਨੂੰ ਹੁਕਮ ਦਿੱਤਾ ਸੀ, ਕਿਉਂਕਿ ਉਸ ਸਮੇਂ ਮੁਗਲਾਂ ਨੇ ਕਿਹਾ ਸੀ ਕਿ ਸਾਡੇ ਰਾਜ ਦੇ ਵਿੱਚ ਕੋਈ ਘੋੜੇ ਤੇ ਨਹੀਂ ਚੜ੍ਹ ਸਕਦਾ, ਕੋਈ ਕਲਗੀ ਨਹੀਂ ਲਾ ਸਕਦਾ, ਕੋਈ ਇਹੋ ਜਿਹੇ ਚੋਲੇ ਛਤਰੀਆਂ ਦੇ ਚੋਲੇ ਨਹੀਂ, ਇਹ ਵਰਦੀ ਨਹੀਂ ਪਾ ਸਕਦਾ, ਸ਼ਸਤਰ ਵਸਤਰ ਨਹੀਂ ਰੱਖ ਸਕਦਾ, ਨਗਾਰੇ ਨਹੀਂ ਰੱਖ ਸਕਦਾ, ਸੋ ਬੱਕਰੇ ਦਾ ਝਟਕਾ ਨਹੀਂ ਕੋਈ ਕਰ ਸਕਦਾ, ਕਿਉਂਕਿ ਮੁਸਲਮਾਨ ਸੀ ਜਿਹੜੇ ਸੀ ਉਹ ਹਲਾਲ ਖਾਂਦੇ ਸੀ। ਸੋ ਮਹਾਰਾਜ ਨੇ ਆਪਣਾ ਛਤਰੀ ਧਰਮ ਨੂੰ ਨਿਭਾਉਣ ਦੇ ਲਈ ਖਾਲਸੇ ਨੂੰ ਹੁਕਮ ਦਿੱਤਾ ਕਿ ਉਹ ਸਿਰ ਤੇ ਦਸਤਾਰ ਵੀ ਸਜਾਊਗੇ, ਬਾਣਾ ਵੀ ਛਤਰੀਆਂ ਵਾਲਾ ਪਾਊਗੇ, ਸੋ ਕਮਰ ਕੱਸੇ ਆਪਦੇ ਸ਼ਸਤਰ ਬਸਤਰ ਰੱਖੂਗੇ, ਘੋੜੇ ਤੇ ਚੜੂਗੇ, ਕਲਗੀਆਂ ਲਾਉਣਗੇ, ਚੰਦ ਤੋੜੇ ਲਾਊਗੇ। ਸੋ ਉਦੋਂ ਵੀ ਮੁਗਲਾਂ ਨੂੰ ਇਹੀ ਜ਼ਿਆਦਾ ਇਸ ਚੀਜ਼ ਦਾ ਸਾੜਾ ਪਿਆ ਸੀ। ਸੋ ਇੱਦਾਂ ਦੀ ਜਦੋਂ ਵਾਰਦਾਤ ਹੁੰਦੀ ਆ, ਜੋ ਇੱਦਾਂ ਦਾ ਵਰਤਾਰਾ ਵਰਤਦਾ ਹੁੰਦਾ ਕਿਸੇ ਦੇ ਰਾਜ ਦੇ ਵਿੱਚ, ਸੋ ਸਰਕਾਰ ਨੂੰ ਭੰਬਲ ਭੂਸਾ ਦਾ ਪੈ ਜਾਂਦਾ ਆ। ਸੋ ਜਦੋਂ ਉਹਨਾਂ ਨੇ ਦੇਖਿਆ ਕਿ ਉਸ ਪੀਰੂ ਨਾਮ ਦਾ ਅੰਗਰੇਜ਼ ਸੀ, ਮਰਹੱਟਿਆਂ ਨੇ ਦੇਖਿਆ ਕਿ ਉਹਨੇ ਆਪਦਾ ਸਾਜੋ ਸਮਾਨ ਬਹੁਤ ਜ਼ਿਆਦਾ ਵਧਾ ਲਿਆ, ਸੋ ਉਹਨਾਂ ਨੂੰ ਸ਼ੱਕ ਪੈ ਗਿਆ। ਚਾਹੇ ਮੁਲਕ ਉਸੈ ਤੇ ਲਿਓ। ਸੋ ਉਹਨਾਂ ਨੇ ਇਹ ਚੀਜ਼ ਸੋਚੀ ਕਿ ਜਿੰਨਾ ਵੀ ਉਹਨਾਂ ਦੇ ਕੋਲ ਸਾਜੋ ਸਮਾਨ ਸੀ,
ਹੁਣ ਮਰਹੱਟੇ ਚਾਹੁੰਦੇ ਸੀ ਕਿ ਅਸੀਂ ਉਸ ਪੀਰੂ ਨਾਮ ਦੇ ਉਸ ਅੰਗਰੇਜ਼ ਦੇ ਕੋਲੋਂ ਅਸੀਂ ਲੈ ਲਈਏ ਵਾਪਸ। ਪੀਰੂ ਮਨਸੂਬੋ ਠਹਿਰਿਓ। ਸੋ ਉਸ ਜਿਹੜਾ ਪੀਰੂ ਸੀ ਉਹਨੇ ਉਹਨਾਂ ਅੰਗਰੇਜ਼ਾਂ ਦਾ ਮਨਸੂਬਾ ਉਹਨੇ ਪਛਾਣ ਲਿਆ ਤੇ ਉਹਨੇ ਵੀ ਆਪਦੀ ਸਕੀਮ ਬਣਾਈ ਤੇ ਉਹਨੂੰ ਜਿਹੜਾ ਉਸ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਜਿਹੜੇ ਮਰਹੱਟੇ ਵੀ ਹੁਣ ਮੇਰੇ ਦੇ ਕੋਲੋਂ ਸਾਰਾ ਰਾਜ ਸਾਜ ਲੈਣ ਦੀ ਕੋਸ਼ਿਸ਼ ਕਰੂਗੇ। ਵੇਚ ਦੇਸ਼ ਅੰਗਰੇਜ਼ਨ ਦੈ ਗਇਓ। ਸੋ ਉਹਨੇ ਜਿੰਨਾ ਵੀ ਸੀ ਉਸ ਸਮੇਂ ਰਾਜ ਸਾਜ ਸੀ, ਸੋ ਉਹਨੇ ਇੱਕ ਕੰਪਨੀ ਨੂੰ ਵੇਚ ਦਿੱਤਾ ਅੰਗਰੇਜ਼ਾਂ ਦੀ। ਸੋ ਹੁਣ ਇੱਥੇ ਜਿਹੜੀ ਉਹ ਕੰਪਨੀ ਸੀ ਈਸਟ ਇੰਡੀਆ ਕੰਪਨੀ, ਜਿਹਨੇ ਕਿ ਭਾਰਤ ਦੇ ਉੱਤੇ ਰਾਜ ਕੀਤਾ। ਸੋ ਉਸ ਕੰਪਨੀ ਦਾ ਜ਼ਿਕਰ ਆਉਂਦਾ ਆ ਭਾਈ ਰਤਨ ਸਿੰਘ ਜੀ ਭੰਗੂ। ਸੋ ਇਸ ਕੰਪਨੀ ਦਾ ਜ਼ਿਕਰ ਕਰਦੇ ਹਨ ਕਿ ਉਹਨੇ ਸਾਰਾ ਜਿੰਨਾ ਵੀ ਸੀ ਉਸ ਰਾਜ ਸਾਜ ਆਪਦਾ ਉਹਨਾਂ ਤੋਂ ਮਾਇਆ ਲੈ ਕੇ ਸੋ ਉਹਨੂੰ ਜਿੰਨਾ ਵੀ ਰਾਜ ਸਾਜ ਸੀ ਉਸ ਅੰਗਰੇਜ਼ਾਂ ਨੂੰ ਈਸਟ ਇੰਡੀਆ ਕੰਪਨੀ ਨੂੰ ਦੇ ਦਿੰਦਾ ਆ। 1860 ਸਾਲ। ਸੋ ਭਾਈ ਰਤਨ ਸਿੰਘ ਜੀ ਭੰਗੂ ਜ਼ਿਕਰ ਕਰਦੇ ਹਨ ਕਿ ਉਸ ਸਮੇਂ ਦੀ ਤਰੀਕ ਇੰਨੀ ਸੀ, ਸਨ ਕੀ ਸੀ 1860 ਸੰਮਤ ਸੀ ਉਸ ਮੌਕੇ। ਸੋ ਉਸ ਬਾਰੇ ਦਾ ਜ਼ਿਕਰ ਕਰਦੇ ਹਨ। ਗਇਓ ਮਰਹੱਟਨ ਕੋ ਵਹੁ ਗਾਲ। ਸੋ ਜਾਂਦਾ ਜਿੰਨੀ ਵੀ ਸੀ ਮਰਹੱਟਿਆਂ ਦੀ ਜਿੰਨੀ ਵੀ ਸ਼ਕਤੀ ਸੀ, ਜਿੰਨਾ ਵੀ ਪ੍ਰਤਾਪ ਸੀ, ਉਹ ਜਾਂਦਾ ਸਾਰਾ ਕੁਛ ਹੀ ਉਹ ਅੰਗਰੇਜ਼ਾਂ ਨੂੰ ਉਸ ਸਮੇਂ ਈਸਟ ਇੰਡੀਆ ਕੰਪਨੀ ਨੂੰ ਦੇ ਦਿੰਦਾ ਆ। ਲਿਓ ਮੁਲਕ ਅੰਗਰੇਜ਼ਨ ਰੋਕ। ਸੋ ਅੰਗਰੇਜ਼ਾਂ ਨੇ ਜਿੰਨਾ ਵੀ ਸੀ ਉਹ ਮੁਲਕ ਸੀ ਸਾਰਾ ਹੌਲੀ ਕਰਦੇ ਸਾਰਾ ਕਬਜ਼ਾ ਕਰ ਲਿਆ। ਸੋ ਦਿੱਲੀ ਤੋਂ ਆਗਰੇ ਤੱਕ ਜਿੰਨਾ ਵੀ ਸੀਗਾ ਉਹ ਸਾਰਾ ਹੀ ਮੁਲਕ ਦੇ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ। ਮਰਹੱਟਨ ਕੈ ਘਰ ਪਰ ਗਇਓ ਸ਼ੋਕ। ਸੋ ਜਦੋਂ ਇਸੇ ਕਰਕੇ ਹੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦੁਨਿਆਵੀ ਰਾਜ ਤੋਂ ਮਨਾ ਕੀਤਾ ਆ, ਕਿਉਂਕਿ ਇਹ ਜਿਹੜਾ ਦੁਨਿਆਵੀ ਰਾਜ ਆ ਇਹ ਆਉਂਦਾ ਜਾਂਦਾ ਰਹਿੰਦਾ ਆ। ਅੱਗੇ ਵੀ ਜਦੋਂ ਆਪਾਂ ਪੜਾਂਗੇ ਖਾਲਸੇ ਨੇ ਕਦੇ ਵੀ ਦੁਨਿਆਵੀ ਰਾਜ ਦੀ ਪਰਵਾਹ ਨਹੀਂ ਕੀਤੀ। ਸੋ ਜਿੰਨੀ ਵਾਰ ਵੀ ਦਿੱਲੀ ਜਿੱਤਦੇ ਸੀ, ਸੋ ਜਦੋਂ ਹੁੱਲੇ ਮੱਲਿਆ ਜੋੜ ਮੇਲੇ ਮਨਾਉਣ ਆਉਂਦੇ ਸੀ, ਉਹ ਰਾਜ ਸਾਜ ਦੀ ਨਹੀਂ, ਉਹ ਤਾਂ ਕਹਿੰਦੇ ਸਨ ਕਿ ਦਿੱਲੀ ਮਾਰੀ ਜਾਂ ਬਿੱਲੀ ਮਾਰੀ ਇੱਕ ਬਰਾਬਰ ਸਮਝਦੇ ਸੀ। ਕੋਈ ਨਾ ਆਪਾਂ ਆਪਣਾ ਜੋੜ ਮੇਲਾ ਮਨਾਉਂਦੇ ਹਾਂ, ਦਿੱਲੀ ਤਾਂ ਫਿਰ ਜਿੱਤ ਹੋ ਜੂ। ਸੋ ਇਸੇ ਕਰਕੇ ਹੀ ਉਸ ਸਮੇਂ ਜਿਹੜੇ ਖਾਲਸਾ ਪੰਥ ਖਾਲਸਾ ਸੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਸੋ ਇਸ ਚੀਜ਼ ਦੇ ਉੱਤੇ ਪਹਿਰਾ ਦਿੰਦੇ ਹੁੰਦੇ ਸੀ। ਸੋ ਪਰਮੇਸ਼ਰ ਨੇ ਵੀ ਉਸੇ ਹੀ ਖਾਲਸੇ ਨੂੰ ਰਾਜ ਬਖਸ਼ਿਆ ਜਿਹੜੇ ਕਿ ਇੱਕ ਰਾਜ ਦੀ ਇੱਛਾ ਨਹੀਂ ਸੀ ਕਰਦੇ। ਸੋ ਇਸ ਦੁਨਿਆਵੀ ਰਾਜ ਜਦੋਂ ਉਹਨਾਂ ਦੇ ਘਰੋਂ ਗਿਆ, ਮਰਹੱਟਿਆਂ ਦੇ ਘਰੋਂ ਗਿਆ, ਸੋ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਆ। ਸੋ ਇਹਨਾਂ ਰਾਜਿਆਂ ਦੁਨਿਆਵੀ ਰਾਜਿਆਂ ਨੂੰ ਹੀ ਮਹਾਰਾਜ ਨੇ ਕਿਹਾ ਕਊ ਹਰ ਸਮਾਨ ਨਹੀਂ ਰਾਜਾ, ਇਹ ਸਭ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੋ ਸਾਨੂੰ ਖਾਲਸੇ ਪੰਥ ਖਾਲਸੇ ਨੇ ਕਿਸੇ ਵੀ ਦੁਨਿਆਵੀ ਰਾਜੇ ਨੂੰ ਰਾਜਾ ਨਹੀਂ ਮੰਨਿਆ। ਸੋ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪੰਥ ਖਾਲਸਾ ਅਕਾਲੀ ਫੂਲਾ ਸਿੰਘ ਸੋ ਉਹਨੂੰ ਰਾਜਾ ਨਹੀਂ ਸੀ ਮੰਨਦੇ, ਉਹਨੂੰ ਕਾਣਾ ਕਹਿੰਦੇ ਹੁੰਦੇ ਸੀ ਇਸੇ ਕਰਕੇ। ਸੋ ਦੁਨਿਆਵੀ ਰਾਜ ਦੇ ਨੂੰ ਗੁਰਬਾਣੀ ਕੂੜ ਕਹਿੰਦੀ ਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਸੋ ਖਾਲਸੇ ਪੰਥ ਨੇ ਵੀ ਇਸੇ ਕਰਕੇ ਹੀ ਸ੍ਰਿਸ਼ਟੀ ਦੇ ਉੱਤੇ ਰਾਜ ਅੱਗੇ ਜਾ ਕੇ ਵੀ ਕਰਨਾ ਤੇ ਪਹਿਲਾਂ ਵੀ ਰਾਜ ਇਸੇ ਕਰਕੇ ਹੀ ਕੀਤਾ ਕਿ ਉਹ ਰਾਜ ਭਾਗ ਨੂੰ ਇੱਕ ਤੁੱਛ ਮੰਨਦੇ ਹੁੰਦੇ ਸੀ। ਦਿੱਲੀ ਮਾਰੀ ਚਾਹੇ ਬਿੱਲੀ ਮਾਰੀ ਇੱਕ ਸਮਝਦੇ ਹੁੰਦੇ ਸਨ। ਦਿੱਲੀ ਆਏ ਵੜਿਓ ਕਰਨੈਲ। ਸੋ ਉੱਥੇ ਕਰਨਲ ਨੂੰ ਕਿਹਾ, ਅੰਗਰੇਜ਼ਾਂ ਦਾ ਕਰਨਲ ਸੀ। ਸੋ ਜਿਹੜਾ ਅੰਗਰੇਜ਼ਾਂ ਦਾ ਕਰਨਲ ਸੀ ਉਹ ਦਿੱਲੀ ਦੇ ਉੱਤੇ ਆ ਗਿਆ ਤੇ ਉਹਨੇ ਆਪਦੀ ਜਿੰਨੀ ਫੌਜ ਸੀ ਸਾਰੀ ਦਿੱਲੀ ਉੱਤੇ ਚਾੜਤੀ ਤੇ ਦਿੱਲੀ ਤੇ ਕਬਜ਼ਾ ਕਰ ਲਿਆ। ਲੋਣੀ ਅਖਤਰ ਜੋ ਜਰਨੈਲ। ਸੋ ਜਿੰਨਾ ਅੰਗਰੇਜ਼ ਦਾ ਨਾਮ ਸੀ ਲੋਣੀ, ਸੋ ਅੰਗਰੇਜ਼ ਦੀ ਜਰਨੈਲ ਦਾ ਨਾਮ ਸੀ ਲੋਣੀ। ਸੋ ਉਹਨੇ ਦਿੱਲੀ ਦੇ ਆ ਕੇ ਜਰਨੈਲ ਨੇ ਉੱਥੇ ਕਬਜ਼ਾ ਕਰ ਲਿਆ। ਸਿੰਘਣ ਘੇਰ ਲਈ ਚੜ ਦਿੱਲੀ। ਹੁਣ ਏਦਾਂ ਹੁੰਦਾ ਸੀ ਜਦੋਂ ਕਿਤੇ ਸਿੰਘਾਂ ਦਾ ਜ਼ੋਰ ਪੈਂਦਾ ਸੀ ਉਹ ਦਿੱਲੀ ਜਿੱਤ ਲੈਂਦੇ ਹੁੰਦੇ ਸੀ। ਵਾਹਵਾ ਵਾਰ ਜ਼ਿਕਰ ਆਉਂਦਾ ਆ ਕਿ ਖਾਲਸੇ ਨੇ ਦਿੱਲੀ ਜਿੱਤੀ ਆ। ਸੋ ਜਿੰਨੇ ਵੀ ਗੁਰਧਾਮ ਸੀ ਉੱਥੇ ਸੇਵਾ ਕਰਾਈ ਮਹਾਰਾਜ ਨੇ। ਮਹਾਰਾਜ ਜਿੱਥੇ ਸ਼ਹੀਦੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਸੀ, ਸੋ ਉੱਥੇ ਗੁਰਧਾਮ ਦੀ ਨਿਸ਼ਾਨਦੇਹੀ ਕਰਨੀ, ਰਕਾਬਗੰਜ ਸਾਹਿਬ ਦੀ ਨਿਸ਼ਾਨਦੇਹੀ ਕਰਨੀ। ਸੋ ਹੋਰ ਵੀ ਬਹੁਤ ਕਾਰਜ ਸੀ ਜੋ ਕਿ ਪੰਥ ਖਾਲਸੇ ਵੱਲੋਂ ਭਾਈ ਬਘੇਲ ਸਿੰਘ ਜੀ ਉਹਨਾਂ ਵੱਲੋਂ ਦਿੱਲੀ ਦੇ ਉੱਤੇ ਨਿਸ਼ਾਨ ਕੇਸਰੀ ਨਿਸ਼ਾਨ ਝੁਲਾਏ ਗਏ ਸਨ। ਸੋ ਜਦੋਂ ਉਹਨਾਂ ਨੇ ਨਿਸ਼ਾਨ ਝੁਲਾਏ ਸੀ ਇਹ ਵਾਲੇ, ਕਿਉਂਕਿ ਇੱਥੇ ਵੀ ਇੱਕ ਕਨਫਿਊਜ਼ਨ ਆਉਂਦੀ ਆ ਕਿ ਨੀਲੇ ਨਿਸ਼ਾਨ ਤੇ ਕੇਸਰੀ ਨਿਸ਼ਾਨ ਖਾਲਸੇ ਪੰਥ ਖਾਲਸੇ ਦਾ ਜਿਹੜਾ ਨਿਸ਼ਾਨ ਆ ਸੋ ਨੀਲਾ ਹੁੰਦਾ। ਅਸਲ ਦੇ ਵਿੱਚ ਨੀਲਾ ਨਿਸ਼ਾਨ ਆ ਜੋ ਕਿ ਪੰਥ ਖਾਲਸੇ ਦਾ ਨੀਲਾ ਨਿਸ਼ਾਨ ਆ। ਉਹ ਕਿਸੇ ਵੀ ਆਪਾਂ ਜ਼ਿਆਦਾ ਗੁਰਧਾਮਾਂ ਦੇ ਉੱਤੇ ਆਪਾਂ ਚਾੜ ਸਕਦੇ ਹਾਂ ਜਾਂ ਤਾਂ ਆਪਾਂ ਕਿਤੇ ਮਹੱਲੇ ਜੋੜ ਮੇਲਿਆਂ 'ਤੇ ਕਰ ਸਕਦੇ ਹਾਂ। ਕਿਸੇ ਸੰਸਾਰੀ ਚੀਜ਼ ਦੇ ਉੱਤੇ ਰਾਜ ਕਰਨ ਦੇ ਲਈ ਉਹਦੇ ਲਈ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਿਸ਼ਾਨ ਵੀ ਵੱਖਰਾ ਸੀ, ਕੇਸਰੀ ਰੰਗ ਦਾ ਸੀ, ਕੱਚਾ ਪੀਲਾ ਸੀ, ਪਰ ਜਿਹੜਾ ਨੀਲਾ ਨਿਸ਼ਾਨ ਆ ਉਹਦੇ ਬਰਾਬਰ ਕੋਈ ਵੀ ਨਿਸ਼ਾਨ ਨਹੀਂ ਹੋ ਸਕਦਾ। ਅੱਜ ਵੀ ਆਪਾਂ ਕਈ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਕਿ ਨਗਰ ਕੀਰਤਨਾਂ ਜਾਂ ਹੋਰ ਆਪਣੇ ਨਿਸ਼ਾਨਾਂ ਦੇ ਬਰਾਬਰ ਪੰਜਾਂ ਸਿੰਘਾਂ ਦੇ ਬਰਾਬਰ ਆਪਣੇ ਆਪਣੇ ਦੇਸ਼ਾਂ ਦੇ ਨਿਸ਼ਾਨ ਚਲਾਉਂਦੇ ਆ। ਸੋ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਪੰਥ ਖਾਲਸੇ ਦਾ ਨਿਸ਼ਾਨ ਆ, ਜਿਹੜਾ ਖਾਲਸੇ ਪੰਥ ਦੇ ਨਿਸ਼ਾਨ ਆ ਉਹਦੇ ਬਰਾਬਰ
ਕੋਈ ਵੀ ਦੇਸ਼ ਦਾ ਝੰਡਾ, ਕੋਈ ਵੀ ਦੇਸ਼ ਦਾ ਨਿਸ਼ਾਨ ਨਹੀਂ ਹੋ ਸਕਦਾ। ਸੋ ਜਿਹੜੇ ਵੀ ਨਿਸ਼ਾਨਾਂ ਦੀ ਇੰਨੀ ਕੁ ਅਹਿਮੀਅਤ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਵਿਨੋਦ ਸਿੰਘ ਜੀ ਨੂੰ ਜਿਹੜੇ ਨਿਸ਼ਾਨ, 5 ਨਿਸ਼ਾਨ ਤੇ ਨਿਸ਼ਾਨ ਨਗਾਰੇ ਦੇ ਕੇ ਤੋਰਿਆ ਸੀ। ਬਾਬਾ ਬੰਦੇ ਬਹਾਦਰ ਨੂੰ ਉਹਨਾਂ ਨੇ ਕਿਹਾ ਸੀ ਵੀ ਤੂੰ 5 ਸਿੰਘਾਂ ਦੇ, ਬਾਬੇ ਵਿਨੋਦ ਸਿੰਘ ਦੇ ਨਾਲ ਜਿਹੜੇ 5 ਸਿੰਘ ਸੀ, ਤੂੰ ਇਹਨਾਂ ਦੇ ਤਾਬਿਆ ਰਹਿ ਕੇ ਚੱਲਣਾ ਆ। ਬੰਦੇ ਬਹਾਦਰ ਨੂੰ ਜਰਨੈਲ ਥਾਪ ਕੇ ਸੈਨਾਪਤੀ ਬਣਾ ਕੇ ਤੋਰਿਆ ਸੀ, ਪਰ ਜਿਹੜਾ ਪੰਥ ਖਾਲਸੇ ਦਾ ਜਿਹੜਾ ਵੀ ਜੋ ਵੀ ਸੀ ਰਹਿਨੁਮਾਈ ਕਰਨੀ ਸੀ ਉਹ 5 ਪਿਆਰਿਆਂ ਨੇ ਹੀ ਕਰਨੀ ਸੀ। ਸੋ ਉਸ ਨਿਸ਼ਾਨ ਨਗਾਰਿਆਂ ਦੇ ਉੱਤੇ ਜਿੰਨੀਆਂ ਵੀ ਜੰਗਾਂ ਹੋਈਆਂ, ਜਿੰਨੇ ਵੀ ਖਾਲਸੇ ਨੇ ਘੱਲੂਘਾਰੇ ਸ਼ਹੀਦੀਆਂ ਦਿੱਤੀਆਂ, ਹੋਰ ਵੀ ਬੇਅੰਤ ਯੁੱਧ ਲੜੇ ਆ, ਸ਼ਹੀਦਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਸੋ ਹਜੇ ਵੀ ਨਿਸ਼ਾਨ ਨਗਾਰੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਕੋਲ ਮੌਜੂਦ ਆ। ਉਹ ਵਾਰੋ ਵਾਰੀ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਅੱਗੇ ਵੀ ਜ਼ਿਕਰ ਆਊਗਾ ਕਿੱਦਾਂ ਕੌਣ ਪੰਥ ਖਾਲਸੇ ਦਾ ਮੁਖੀ ਬਣਿਆ। ਸੋ ਅੱਗੇ ਆਪਦੇ ਬਾਰੇ ਜ਼ਿਕਰ ਕਰਾਂਗੇ। ਸੋ ਅੱਗੇ ਉਹ ਕਹਿੰਦੇ ਆ ਵੀ ਸਿੰਘਾਂ ਨੇ ਵੀ ਜਿੰਨਾ ਸੀ ਦਿੱਲੀ ਦੇ ਉੱਤੇ ਹਮਲਾ ਕਰ ਦਿੱਤਾ। ਗੱਲ ਅੰਗਰੇਜ਼ਨ ਕਰ ਦਈ ਢਿੱਲੀ। ਸੋ ਉਹਨਾਂ ਨੇ ਜਿਹੜੀ ਅੰਗਰੇਜ਼ਾਂ ਨੇ ਸੀ ਉਹ ਖਾਲਸੇ, ਪੰਥ ਖਾਲਸੇ ਦੇ ਨਾਲ ਜਦੋਂ ਇਹਨਾਂ ਦੀ ਆਹ ਟਾਕਰਾ ਹੋਇਆ, ਸੋ ਖਾਲਸੇ ਨੇ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ। ਤੇ ਪਰ ਇਹਨਾਂ, ਕਿਉਂਕਿ ਅੰਗਰੇਜ਼ਾਂ ਦਾ ਪੈਰਾ ਬਹੁਤ ਜ਼ਿਆਦਾ ਢਿੱਲਾ ਸੀ, ਸੋ ਇਸ ਕਰਕੇ ਹੀ ਅੰਗਰੇਜ਼ਾਂ ਨੂੰ ਹੈਰਾਨਗੀ ਹੋ ਗਈ ਵੀ ਇਹ ਜਿਨ੍ਹਾਂ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਵੀ ਹੈ ਕੌਣ ਆ ਇਹ। ਕਿਉਂਕਿ ਜਿਹੜਾ ਪੰਥ ਖਾਲਸਾ ਸੀ ਇਹ ਸ਼ੁਰੂ ਤੋਂ ਹੀ ਆਜ਼ਾਦ ਫੌਜ ਰਿਹਾ ਆ। ਜੇ ਇਹਨਾਂ ਦਾ ਮੂਡ ਕਰਨਾ, ਇਹਨਾਂ ਨੇ ਦਿੱਲੀ ਜਿੱਤ ਲੈਣੀ, ਜੋ ਮੂਡ ਕਰਨਾ ਤਾਂ ਇਹਨਾਂ ਨੇ ਲਾਹੌਰ ਜਿੱਤ ਲੈਣਾ। ਸੋ ਇਸ ਕਰਕੇ ਹੀ ਅੰਗਰੇਜ਼ਾਂ ਨੂੰ ਹੈਰਾਨੀ ਹੋਈ ਵੀ ਇਹ ਚੋਲਿਆਂ ਵਾਲੇ, ਕਸ਼ਹਿਰਿਆਂ ਵਾਲੇ, ਘੋੜਿਆਂ ਦੇ ਉੱਤੇ ਹੀ ਮਾਰਨ ਵਾਲੇ, ਤਲਵਾਰਾਂ ਦੇ ਨਾਲ ਹੀ ਜੰਗਾਂ ਕਰਨ ਵਾਲੇ ਫੌਜ ਕੋਣਾ, ਉਹਨਾਂ ਨੂੰ ਬਹੁਤ ਜ਼ਿਆਦਾ ਇਸ ਗੱਲ ਦੀ ਹੈਰਾਨੀ ਹੋਈ। ਅੰਗਰੇਜ਼ਨ ਜਰਨੈਲ ਮਨ ਗੁੱਸਾ ਆਇਆ। ਸੋ ਉਹਨਾਂ ਨੂੰ ਇਹ ਚੀਜ਼ ਸੁਣ ਕੇ, ਅੰਗਰੇਜ਼ਾਂ ਦੇ ਜਰਨੈਲ ਸੀ ਜਿਹੜਾ ਲੋਣੀ ਸੀ, ਸੋ ਉਹਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਗੁੱਸਾ ਆਇਆ ਕਿ ਇਹ ਹੈ ਕੌਣ ਆ ਵੀ ਜਿਨ੍ਹਾਂ ਨੇ ਆ ਕੇ ਉੱਤੇ ਸਾਡਾ ਇੱਕਦਮ ਹੀ ਸਾਨੂੰ ਭੰਬਲ ਭੂਸੇ ਦੇ ਵਿੱਚ ਪਾ ਦਿੱਤਾ। ਨਹਿ ਸਿੰਘਨ ਸੋ ਜ਼ੋਰ ਵਸਾਇਆ। ਸੋ ਉਹਨਾਂ ਦੇ ਸਿੰਘਾਂ ਦੇ ਸਾਹਮਣੇ ਉਹਨਾਂ ਨੂੰ ਕੋਈ ਵੀ ਜ਼ੋਰ ਨਾ ਚੱਲਿਆ। ਪਹਿਲੀ ਗੱਲ ਤਾਂ ਇਹ ਸੀ, ਸਿੰਘਾਂ ਦਾ ਰੂਪ ਹੀ ਇਦਾਂ ਦਾ, ਮਹਾਕਾਲ ਦਾ ਸਰੂਪ ਇਸੇ ਕਰਕੇ ਕਹਿੰਦੇ ਆ, ਸਿੰਘਾਂ ਦਾ ਰੂਪ ਹੀ ਇਦਾਂ ਦਾ ਆ ਕਿ ਦੁਸ਼ਮਣ ਦੇਖ ਕੇ ਹੀ ਸਹਿਮ ਜਾਂਦੇ ਆ। ਇਹ ਸ਼ੇਰ ਦਾ ਬਣ ਆ, ਇਹ ਇਸੇ ਕਰਕੇ ਹੀ ਨਿਹੰਗ ਸਿੰਘ ਨੂੰ ਮਗਰਮੱਛ ਕਿਹਾ ਜਾਂਦਾ ਆ, ਸਿੰਘ ਨੂੰ ਸ਼ੇਰ ਕਿਹਾ ਜਾਂਦਾ ਆ। ਇਸੇ ਕਰਕੇ ਹੀ ਮਹਾਰਾਜ ਨੇ ਇਹੋ ਜਿਹੇ ਸਰੂਪ ਦਿੱਤੇ ਹਨ। ਆਪਾਂ ਵੀ ਦੇਖਦੇ ਹਾਂ ਕਿਸੇ ਵੀ ਹੋਰ ਧਰਮ ਦੇ ਰਹਿਬਰ ਨੇ ਕਿਸੇ ਨੂੰ ਵੀ ਆਪਣੇ ਆਪ ਦੇ ਜਿੰਨੇ ਵੀ ਅੱਗੇ ਸਿੱਖ ਹੋਏ ਆ, ਸੋ ਉਹਨਾਂ ਨੂੰ ਕਿਸੇ ਵੀ ਰਹਿਬਰ ਨੇ ਆਪਣਾ ਬਾਣਾ ਨਹੀਂ ਦਿੱਤਾ। ਜੇ ਹੁਣ ਆਪਾਂ ਸ਼ਿਵ ਜੀ ਦੀ ਗੱਲ ਕਰੀਏ, ਸੋ ਸ਼ਿਵ ਜੀ ਆਪਦੇ ਗਲੇ ਦੇ ਵਿੱਚ ਸੱਪ ਪਾਉਂਦਾ ਆ, ਸਿਰ ਦੇ ਉੱਤੇ ਜਟਾ ਰੱਖਦਾ ਆ, ਪਰ ਉਸ ਨੂੰ ਮੰਨਣ ਵਾਲੇ ਉਸ ਦਾ ਬਾਣਾ ਨਹੀਂ ਫੋਲੋ ਕਰਦੇ। ਪਰ ਪੰਥ ਖਾਲਸੇ ਨੂੰ ਹੀ ਮਹਾਰਾਜ ਨੇ ਇਹ ਸੁਭਾਗ ਦਿੱਤਾ। ਜਿਹੋ ਜਿਹਾ ਬਾਣਾ ਮਹਾਰਾਜ ਪਾਉਂਦੇ ਸੀ, ਜਿਹੋ ਜਿਹੇ ਘੋੜੇ ਦੇ ਉੱਤੇ ਮਹਾਰਾਜ ਚੜ੍ਹਦੇ ਸੀ, ਪੰਥ ਖਾਲਸਾ ਉਹੋ ਜਿਹਾ ਹੀ ਬਾਣਾ ਪਾਉਂਦਾ ਆ, ਉਹੋ ਜਿਹਾ ਹੀ ਦਸਤਾਰ ਸਜਾਉਂਦਾ ਆ। ਸੋ ਮਹਾਰਾਜ ਆਪਦੇ ਲੱਕ ਦੇ ਉੱਤੇ ਕਮਰ ਕੱਸਾ ਲਾਉਂਦੇ ਸੀ, ਗਾਤਰੇ ਤਲਵਾਰ ਵੱਡੀ ਪਾਉਂਦੇ ਸੀ, ਕਟਾਰ ਰੱਖਦੇ ਸੀ, ਤਲਵਾਰਾਂ ਰੱਖਦੇ ਸੀ। ਸੋ ਪੰਥ ਖਾਲਸਾ ਉਹੋ ਜਿਹਾ ਹੀ ਜੰਗੀ ਸਰੂਪ ਬਣਾ ਕੇ ਰਹਿੰਦਾ ਆ। ਤਬ ਅੰਗਰੇਜ਼ਨ ਪੁੱਛਿਓ ਪਾਤਸ਼ਾਹ। ਸੋ ਉਸ ਸਮੇਂ ਜਿਹੜਾ ਵੀ ਮੁਗਲ ਪਾਤਸ਼ਾਹ ਸੀ, ਮੁਗਲ ਬਾਦਸ਼ਾਹ ਸੀ, ਸੋ ਉਸ ਸਮੇਂ ਦੇ ਸੰਸਾਰਕ ਲੋਕ ਸੀ ਜਿਹੜੇ ਉਸ ਸਮੇਂ ਦੇ ਮੁਗਲਾਂ ਦਾ ਜਿਹੜਾ ਬਾਦਸ਼ਾਹ ਸੀ ਉਹਨੂੰ ਪਾਤਸ਼ਾਹ ਵੀ ਕਹਿੰਦੇ ਹੁੰਦੇ ਸੀ। ਪਰ ਖਾਲਸੇ ਦੇ ਲਈ ਇੱਕ ਸੱਚਾ ਪਾਤਸ਼ਾਹ ਆ ਜਿਹੜਾ ਉਹ ਉਸ ਸਮੇਂ ਜਹਾਂਗੀਰ ਤੇ ਹਰਗੋਬਿੰਦ ਮਹਾਰਾਜ ਦੇ ਉੱਤੇ ਦੇ ਵਿੱਚ ਵੀ ਇਹ ਵਾਰਤਾਲਾਪ ਹੋਈ ਸੀ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਆਪਾਂ ਨੂੰ ਇਸ ਚੀਜ਼ ਦਾ ਜ਼ਿਕਰ ਮਿਲਦਾ, ਜਦੋਂ ਇੱਕ ਗਰੀਬ ਘਾਹੀ ਸਿੱਖ ਜਾਂਦਾ ਆ। ਸੋ ਜਿੰਨੇ ਵੀ ਬਾਕੀ ਸੰਸਾਰੀ ਲੋਕ ਸੀ ਉਹ ਜਹਾਂਗੀਰ ਨੂੰ ਪਾਤਸ਼ਾਹ ਕਹਿੰਦੇ ਸੀ, ਪਰ ਸੱਚਾ ਪਾਤਸ਼ਾਹ ਸੀ ਜਿਹੜਾ ਉਹ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸੀ। ਸਿੰਘਨ ਮੁਲਕ ਦਿਓ ਕਿਨ ਆਹ। ਸੋ ਪੁੱਛਦਾ ਆ, ਅੰਗਰੇਜ਼ਾਂ ਨੇ ਪੁੱਛਿਆ ਆ ਉਸਨੂੰ, ਮੁਗਲਾਂ ਦੇ ਬਾਦਸ਼ਾਹ ਨੂੰ, ਵੀ ਇਹਨਾਂ ਨੂੰ ਮੁਲਕ ਕਿਹਨੇ ਦੇ ਦਿੱਤਾ, ਇਹਨਾਂ ਨੂੰ ਰਾਜ ਕਿਹਨਾਂ ਨੇ ਦੇ ਦਿੱਤਾ, ਇਹਨਾਂ ਨੂੰ ਕਿਹਨਾਂ ਨੇ ਆਗਿਆ ਦੇ ਦਿੱਤੀ ਕਿ ਇਹ ਇਦਾਂ ਜੰਗਾਂ ਕਰ ਸਕਣ, ਕਿਹਨਾਂ ਨੇ ਆਗਿਆ ਦਿੱਤੀ, ਇਹਨਾਂ ਨੂੰ ਕਿਸੇ ਨੇ ਕਿਹਾ ਆ ਵੀ ਤੁਸੀਂ ਰਾਜ ਕਰ ਸਕਦੇ ਆ, ਇਦਾਂ ਜੰਗਾਂ ਕਰ ਸਕਦੇ ਆ। ਦੋਹਰਾ ਮਾਰਿਓ ਕੌਣ ਗਨੀਮ ਇਨ ਕੌਣ ਸਵਾਰਿਓ ਕਾਮ। ਸੋ ਕਹਿੰਦੇ ਆ ਵੀ ਤੁਸੀਂ ਬਾਦਸ਼ਾਹ ਦਾ ਇਹਨਾਂ ਨੇ ਕੋਈ ਕੰਮ ਸਵਾਰਿਆ ਵੀ ਇਹ ਜੰਗ ਕਰੀ ਜਾਂਦੇ ਆ ਕਿ ਤੁਹਾਡੇ ਰਾਜ ਦੇ ਵਿੱਚ ਆ ਕੇ ਭੰਬਲ ਭੂਸਾ ਪਈ ਜਾਂਦੇ ਆ, ਮਾਰ ਲੋ ਕਰੀ ਜਾਂਦੇ ਆ। ਸੋ ਇਹਨਾਂ ਨੂੰ ਕਿਸੇ ਨੇ ਕਿਹਾ, ਇਹਨਾਂ ਨੂੰ ਆਗਿਆ ਦਿੱਤੀ ਆ, ਕੀ ਕੰਮ ਸਵਾਰਿਆ ਇਹਨਾਂ ਨੇ ਮੁਗਲ ਸਰਕਾਰ ਦਾ ਵੀ ਜਿਹੜਾ ਇੱਦਾਂ ਦਾ ਕਰਕੇ ਇਹ ਵਰਤਾਰਾ ਵਰਤਦੇ ਆ। ਦੀਨੋ ਪਟੋ ਲਿਖਾਏ ਜਿਨ ਕਹੋ ਸ਼ਾਹੇ ਉਸ ਨਾਮ। ਸੋ ਕਹਿੰਦੇ ਆ ਵੀ ਮੈਨੂੰ ਉਹਨਾਂ ਸ਼ਾਹ ਦਾ ਨਾਮ ਦੱਸੋ ਵੀ ਜਿਨ੍ਹਾਂ ਨੇ ਇਹਨਾਂ ਨੂੰ ਲਿਖ ਕੇ ਪਟਾ ਦਿੱਤਾ ਆ। ਪਟੇ ਤੋਂ ਭਾਵ ਇਹ ਹੁੰਦਾ ਕਿ ਕੋਈ ਕੰਟਰੈਕਟ ਸਾਈਨ ਹੁੰਦਾ ਵੀ ਜਿਹਦੇ ਵਿੱਚ ਆਪਾਂ ਇੱਦਾਂ ਦਾ ਕਰਕੇ ਕੁਝ ਸਮੇਂ ਦੇ ਲਈ ਲੀਜ਼, ਜਿਹਨੂੰ ਅੰਗਰੇਜ਼ੀ ਦੇ ਵਿੱਚ ਲੀਜ਼ ਕਹਿ ਦਿੰਦੇ ਆ। ਸੋ
ਇਹੋ ਜਿਹਾ ਹੀ ਪਟਾ ਸ਼੍ਰੋਮਣੀ ਕਮੇਟੀ ਜਿਹੜੀ ਕਿ ਗੁਰਦੁਆਰਿਆਂ ਦੇ ਉੱਤੇ ਕਾਬਜ਼ ਆ, ਸੋ ਇਹੋ ਜਿਹਾ ਹੀ ਪਟਾ ਸ਼੍ਰੋਮਣੀ ਪੰਥਕ ਅਕਾਲੀ ਬੁੱਢੇ ਦਲ ਦੇ ਨਾਲ ਇਹਨਾਂ ਦਾ ਪਟਾ 100 ਸਾਲ ਦਾ ਹੋਇਆ ਸੀ 1920 ਦੇ ਵਿੱਚ, ਕਿ ਅਸੀਂ ਇਹਨਾਂ ਨੇ ਕਿਹਾ ਅਸੀਂ ਖਾਲਸੇ ਦੇ ਕੋਲ ਆ ਕੇ ਬੇਨਤੀ ਕੀਤੀ ਸੀ, ਤੇ ਧੋਖੇ ਦੇ ਨਾਲ ਸ਼੍ਰੋਮਣੀ ਪੰਥਕ ਅਕਾਲੀ ਬੁੱਢੇ ਦਲ ਦੇ ਭਾਈ ਬਾਬਾ ਸਾਹਿਬ ਸਿੰਘ ਕਲਾਧਾਰੀ ਜਿਨ੍ਹਾਂ ਦੇ ਨਾਲ ਧੋਖੇ ਦੇ ਨਾਲ ਇਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਬੀਬੀਆਂ ਨੂੰ ਮੂਹਰੇ ਕਰਕੇ, ਸੋ ਇਹੋ ਜਿਹੇ ਬਹੁਤ ਜ਼ਿਆਦਾ ਵਰਤਾਰੇ ਹੋਏ ਆ ਪੰਥ ਖਾਲਸੇ ਦੇ ਵਿੱਚ ਜਿਹਨੂੰ ਆਮ ਸੰਗਤ ਨੂੰ ਨਹੀਂ ਪਤਾ। ਉਹ ਅੱਗੇ ਜਾ ਕੇ ਹੌਲੀ ਹੌਲੀ ਆਪਾਂ ਉਸ ਬਾਰੇ ਡਿਸਕਸ ਕਰਾਂਗੇ। ਸੋ ਜਦੋਂ ਇਹੋ ਜਿਹਾ ਹੀ ਪਟਾ ਸ਼੍ਰੋਮਣੀ ਕਮੇਟੀ ਤੇ ਪੰਥ ਖਾਲਸੇ ਦੇ ਵਿੱਚ ਹੋਇਆ ਸੀ, ਇਹਨਾਂ ਨੇ ਚਰਿੱਤਰ ਖੇਡ ਕੇ ਖਾਲਸੇ ਨੂੰ ਕਿਹਾ ਸੀ ਕਿ ਤੁਸੀਂ ਬਹੁਤ ਜ਼ਿਆਦਾ ਜੰਗਾਂ ਕੀਤੀਆਂ, ਬਹੁਤ ਜ਼ਿਆਦਾ ਤੇਗਾਂ ਮਾਰੀਆਂ ਆ, ਹੁਣ ਤੁਹਾਡਾ ਆਰਾਮ ਕਰਨ ਦਾ ਸਮਾਂ, ਤੁਸੀਂ ਸਾਨੂੰ ਇਹ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਦੇ ਦਿਓ, ਅਸੀਂ ਤੁਹਾਨੂੰ ਰਸਦਾ ਬਸਦਾ ਦੇਵਾਂਗੇ, ਅਸੀਂ ਤੁਹਾਨੂੰ ਜ਼ਖੀਰਾ ਦੇਵਾਂਗੇ। ਸੋ ਇਸ ਕਰਕੇ ਪੰਥ ਖਾਲਸੇ ਨੇ ਉਹਨਾਂ ਦੀ ਗੱਲ ਦਾ ਮਾਣ ਕਰਕੇ, ਕਿਉਂਕਿ ਜਿੰਨੇ ਵੀ ਪ੍ਰਬੰਧ ਕਰਨ ਵਾਲੇ ਆ ਮਹਾਰਾਜ ਦੇ ਸਮੇਂ ਵੀ ਇਹ ਮਸੰਦ ਹੁੰਦੇ ਆ, ਮਸੰਦ ਕੋਈ ਮਾੜਾ ਸ਼ਬਦ ਨਹੀਂ ਹੈ। ਮਸੰਦ ਸ਼ਬਦ ਤੋਂ ਭਾਵ ਇਹੀ ਸੀ ਕਿ ਉਸ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੇ ਲਈ ਮਸੰਦ ਅੱਗੇ ਲਾਏ ਜਾਂਦੇ ਸਨ। ਸੋ ਇਸ ਕਰਕੇ ਹੀ ਇਹ ਇੱਕ ਮਸੰਦਾਂ ਦਾ ਟੋਲਾ ਆ ਜਿਹੜੇ ਕਿ ਇਹਨਾਂ ਨੇ ਸਾਡੇ ਗੁਰਧਾਮਾਂ ਦੇ ਉੱਤੇ ਕਬਜ਼ਾ ਕੀਤੇ ਆ। ਸ਼੍ਰੋਮਣੀ ਪੰਥਕ ਅਕਾਲੀ ਬੁੱਢੇ ਦਲ ਨਿਹੰਗਾਂ ਸਿੰਘਾਂ ਦੇ ਜਿੰਨੇ ਵੀ ਇਹ ਦਰਬਾਰ ਸਾਹਿਬ, ਅਕਾਲ ਬੁੰਗਾ, ਹੋਰ ਵੀ ਆ ਗੁਰਧਾਮ ਆ, ਇਹ ਨਿਹੰਗਾਂ ਸਿੰਘਾਂ ਦੇ ਗੁਰਦੁਆਰਾ ਸਾਹਿਬ ਆ। ਸੋ ਜਿੱਦਾਂ ਉਸ ਸਮੇਂ ਮਸੰਦਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੱਢਿਆ ਸੀ, ਸੋ ਉਸੇ ਤਰ੍ਹਾਂ ਹੀ ਇਹ ਅੱਜ ਵੀ ਇਹ ਅਸਲ ਪੰਥ ਖਾਲਸੇ ਨੂੰ ਆਪਣੇ ਗੁਰਧਾਮਾਂ ਦੇ ਵਿੱਚ ਵੜਨ ਨਹੀਂ ਦਿੰਦੇ। ਸਾਡੇ ਨਿਸ਼ਾਨਾਂ ਦਾ ਰੰਗ ਬਦਲਿਆ ਗਿਆ, ਪ੍ਰਕਰਮਾਂ ਦੀ ਸਾਈਡ ਬਦਲੀ ਗਈ, ਤੇ ਹੋਰ ਮਰਿਆਦਾਵਾਂ ਬਦਲੀਆਂ ਗਈਆਂ, ਰਹਿਰਾਸ ਬਦਲੀ ਗਈ, ਸਾਡੇ ਅੰਮ੍ਰਿਤ ਦੀ ਮਰਿਆਦਾ ਬਦਲੀ ਗਈ। ਸੋ ਹੋਰ ਵੀ ਬਹੁਤ ਚੀਜ਼ਾਂ ਆ ਜਿਹਦੇ ਬਾਰੇ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਸੋ ਉਹ ਕਹਿੰਦੇ ਆ, ਉਹਨਾਂ ਨੂੰ ਇਹ ਚੀਜ਼ ਦਾ ਹੋ ਜਾਂਦਾ ਵੀ ਸਾਨੂੰ ਦੱਸੋ ਵੀ ਇਹ ਕਿਹੜਾ ਪਟਾਇਆ, ਵੀ ਕਿਹੜਾ ਕੰਟਰੈਕਟ ਆ, ਕਿਹੜੀ ਲੀਜ਼ ਆ ਇਹਨਾਂ ਨੂੰ ਦਿੱਤੀ, ਵੀ ਕਿਹੜੇ ਬਾਦਸ਼ਾਹ ਦਾ ਨਾਮ ਦੱਸੋ, ਵੀ ਕਿਹਨਾਂ ਨੇ ਇਹਨਾਂ ਨੂੰ ਦਿੱਤਾ ਆ, ਵੀ ਜੇ ਸਾਨੂੰ ਪਤਾ ਤੇ ਲੱਗੇ ਵੀ ਇਹ ਕਿਹਦੀ ਆਗਿਆ ਦੇ ਅਨੁਸਾਰ ਇਹ ਜੰਗ ਕਰਦੇ ਪਏ ਹਨ। ਚੌਪਈ ਤਬ ਪਾਤਸ਼ਾਹ ਉੱਤਰ ਕਹਿਓ, ਨਹੀਂ ਸ਼ਾਹ ਇਨ ਕੋ ਲਿਖ ਦਿਓ। ਸੋ ਦਿੱਲੀ ਦੇ ਬਾਦਸ਼ਾਹ ਨੇ ਉੱਤਰ ਦਿੱਤਾ ਕਿ ਕਿਸੇ ਵੀ ਬੰਦੇ ਨੇ ਨਹੀਂ ਇਹਨਾਂ ਨੂੰ ਦਿੱਤਾ, ਇਹ ਤਾਂ ਜਾਂ ਆਪਣੇ ਆਪ ਨੂੰ ਆਜ਼ਾਦ ਕਹਿੰਦੇ ਆ। ਸੋ ਇਸੇ ਕਰਕੇ ਹੀ ਖਾਲਸਾ ਹਰ ਵੇਲੇ ਕਹਿੰਦਾ ਆ ਵੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਵੀ ਅਸੀਂ ਪਰਮੇਸ਼ਰ ਦੀ ਮੌਜ ਦੇ ਨਾਲ ਹੀ ਖਾਲਸਾ ਪ੍ਰਗਟ ਹੋਇਆ। ਹੁਣ ਜਿਹੜੇ ਵੀ ਇੱਕ ਚਿੰਤਕ ਕਹਿੰਦੇ ਆ ਵੀ ਸਿੱਖ ਖਤਰੇ ਦੇ ਵਿੱਚ ਆ, ਸਿੱਖ ਘੱਟ ਹੁੰਦੇ ਪਏ ਆ, ਸੋ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਕਿ ਵੀ ਜਿਹੜੀ ਪਰਮੇਸ਼ਰ ਦੀ ਮੌਜ ਦੇ ਨਾਲ ਹੀ ਪੰਥ ਖਾਲਸਾ ਪ੍ਰਗਟ ਹੋਇਆ, ਉਹ ਕਿੱਦਾਂ ਤਬਾਹ ਹੋ ਸਕਦਾ, ਉਹ ਕਿੱਦਾਂ ਮੁੱਕ ਸਕਦਾ। ਸੋ ਆਪਾਂ ਨੂੰ ਆਪਦੇ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਚਾਹੀਦਾ ਆ। ਪੰਥ ਖਾਲਸੇ ਦੀ ਤਾਬਿਆ ਅਸਲ ਪੰਥ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਕਿਉਂਕਿ ਅੱਗੇ ਜਾ ਕੇ ਜ਼ਿਕਰ ਆਊਗਾ ਇੱਕ ਬੁੱਢੇ ਦਲ ਤੋਂ, ਇੱਕ ਖਾਲਸੇ ਤੋਂ ਕਿੱਦਾਂ ਅੱਗੇ ਵੱਖੋ ਵੱਖ ਦਲ ਹੋਏ, ਅੱਗੇ ਕਿੱਦਾਂ ਮਿਸਲਾਂ ਹੋਈਆਂ। ਸੋ ਆਪਾਂ ਨੂੰ ਇਹ ਸਾਡੇ ਕੋਲ ਪੂਰਾ ਰੈਕਰਡ ਆ ਵੀ ਪੰਥ ਖਾਲਸਾ ਨਿਹੰਗ ਸਿੰਘ ਕਿੱਥੋਂ ਕਿੱਦਾਂ ਤੁਰੇ ਆ, ਉਹਨਾਂ ਦੀਆਂ ਮਰਿਆਦਾਵਾਂ, ਉਹਨਾਂ ਦੀਆਂ ਰਹਿਤਾਂ ਬਹਿਤਾਂ, ਕੁਛ ਵੀ ਉਹ ਇੱਕ ਸਿੰਗਲ ਚੀਜ਼ ਵੀ ਜਿਹੜੀਆਂ ਉਹ ਕਰਦੇ ਆ, ਸਾਡੇ ਕੋਲ ਰਿਟਨ ਰਿਕਾਰਡ ਮੌਜੂਦ ਆ। ਸੋ ਅੱਗੇ ਜਾ ਕੇ ਆਪਾਂ ਉਸ ਚੀਜ਼ ਨੂੰ ਡਿਸਕਸ ਕਰਾਂਗੇ। ਨਹੀਂ ਕਾਮ ਕੋ ਇਨੈ ਸਵਾਰਿਓ, ਉਹ ਕਹਿੰਦੇ ਇਹਨਾਂ ਨੇ ਕੋਈ ਕੰਮ ਨਹੀਂ ਸਾਡਾ ਸਵਾਰਿਆ। ਨਹਿ ਗਨੀਮ ਕੋ ਇਨ ਨੈ ਮਾਰਿਓ, ਸੋ ਉਹਨਾਂ ਨੇ ਕੋਈ ਵੀ ਦੇਸ਼ ਦਾ ਕੋਈ ਵੀ ਦੁਸ਼ਮਣ ਸੀ, ਕੋਈ ਲੁਟੇਰਾ ਸੀ, ਇਹਨਾਂ ਨੇ ਕਿਸੇ ਨੂੰ ਨਹੀਂ ਮਾਰਿਆ। ਸੋ ਸਗੋਂ ਅੱਗੇ ਜਾ ਕੇ ਜਦੋਂ ਆਊਗਾ ਵੀ ਪੰਥ ਖਾਲਸੇ ਨੇ ਕਿੱਦਾਂ ਸਰਕਾਰ ਨੂੰ, ਸਰਕਾਰੀ ਮੁਗਲਾਂ ਦੇ ਖਜ਼ਾਨੇ ਨੂੰ ਲੁੱਟਿਆ। ਨਿਜਮਲ ਮੁਗਲ ਨੈ ਨਾਦਰ ਬੁਲਾਇਓ, ਸੋ ਉਹਨਾਂ ਨੇ ਜਿੰਨਾ ਵੀ ਜਿਹੜਾ ਨਾਦਰ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੀ, ਜਦੋਂ ਉਹਨਾਂ ਨੂੰ ਪੁੱਛਿਆ ਸੀ ਵੀ ਮਹਾਰਾਜ ਜੀ ਸਿੱਖਾਂ ਦਾ ਰਾਜ ਕਿੱਦਾਂ ਹੋਊਗਾ, ਸਿੰਘਾਂ ਦਾ ਪ੍ਰਤਾਪ ਕਿੱਦਾਂ ਵਜੂਗਾ। ਸੋ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਮੈਂ ਕਾਬਲ ਤੋਂ ਇੱਕ ਕੁੱਤਾ ਮੰਗਵਾਊਂਗਾ ਜਿਹੜਾ ਕਿ ਨਾਦਰ ਸ਼ਾਹ ਸੀ। ਜੋ ਨਾਦਰ ਸ਼ਾਹ ਜਦੋਂ ਆਇਆ, ਸੋ ਮੁਗਲਾਂ ਨੂੰ ਤਹਿਸ ਨਹਿਸ ਕਰਕੇ ਜਾਂਦਾ ਸੀ। ਸੋ ਜਦੋਂ ਜਾਂਦਾ ਹੁੰਦਾ ਸੀ ਪੰਥ ਖਾਲਸਾ ਗੁਰੀਲਾ ਯੁੱਧ ਦਾ ਤਗੜਾ ਖਿਡਾਰੀ ਸੀ, ਸੋ ਉਹਨੂੰ ਪਤਾ ਹੁੰਦਾ ਸੀ ਵੀ ਕਿੱਦਾਂ ਯੁੱਧ ਕਰਨਾ ਸੀ। ਸੋ ਗੁਰੀਲਾ ਨੀਤੀ ਵਰਤ ਕੇ ਨਾਦਰ ਸ਼ਾਹ ਨੂੰ ਵੀ ਲੁੱਟ ਲੈਂਦਾ ਹੁੰਦਾ ਸੀ। ਦਿੱਲੀ ਕੋ ਉਨ ਨਾਸ ਕਰਾਇਓ, ਸੋ ਉਹਨਾਂ ਨੇ ਕਿਹਾ ਕਿ ਦਿੱਲੀ ਦਾ ਨਾਸ ਕਰਾਇਆ ਸਿੱਖਾਂ ਨੇ ਨਾਦਰ ਸ਼ਾਹ ਨੂੰ ਸੱਦ ਕੇ। ਰੋਹੇਲੇ ਨਜੀਬੇ ਅਹਿਮਦ ਸ਼ਾਹ ਸਦਵਾਇਓ, ਸੋ ਉੱਥੇ ਜਿਹੜਾ ਨਜੀਬ ਖਾਨ ਸੀ, ਸੋ ਉਹਨੇ ਆਪਣੇ ਅਹਿਮਦ ਸ਼ਾਹ ਅਬਦਾਲੀ ਸੀ। ਸੋ ਜਦੋਂ ਇਹ ਅਹਿਮਦ ਸ਼ਾਹ ਅਬਦਾਲੀ ਇੱਥੇ ਆਇਆ ਤੇ ਇਹਨੇ ਵੀ ਹਿੰਦੁਸਤਾਨ ਨੂੰ ਬਹੁਤ ਜ਼ਿਆਦਾ ਲੁੱਟਿਆ। ਆਪਣੇ ਦਰਬਾਰ ਸਾਹਿਬ ਦੇ ਉੱਤੇ ਵੀ ਇਹਨੇ ਹਮਲਾ ਕੀਤਾ ਸੀ ਤੇ ਸਰੋਵਰ ਨੂੰ ਪੂਰਿਆ ਸੀ,
ਜਿਹਦੇ ਕਰਕੇ ਬਾਬਾ ਦੀਪ ਸਿੰਘ ਜੀ ਹੁਣੀ ਸੀ, ਜਿੰਨੇ ਵੀ ਸੀ, ਸੋ ਇਹ ਸਿੰਘਾਂ ਨੇ ਅੱਗੇ ਇੱਥੇ ਜਾ ਕੇ ਸ਼ਹੀਦੀ ਪਾਈ। ਸੋ ਉਸ ਬਾਰੇ ਵੀ ਅੱਗੇ ਜਾ ਕੇ ਇਸ ਚੀਜ਼ ਦਾ ਜ਼ਿਕਰ ਆਊਗਾ। ਭਾਊ ਮਰਹੱਟੋ ਉਨੈ ਗਲਵਾਇਓ। ਸੋ ਹੁਣ ਜਿੰਨਾ ਵੀ ਭਾਊ ਨਾਮ ਦਾ ਮਰਹੱਟਾ ਸੀ, ਸੋ ਉਹਨੂੰ ਵੀ ਜਿੰਨਾ ਵੀ ਸੀ ਉਹਦਾ ਵੀ ਉਹਨੇ ਵੀ ਇੱਥੇ ਆ ਕੇ ਉਹਨਾਂ ਦੇ ਨਾਲ ਜੰਗ ਕੀਤੀ। ਆਪ ਥੱਕ ਕੈ ਵਹ ਮੁੜ ਗਇਓ। ਸੋ ਜਿਹੜਾ ਮਰਹੱਟਾ ਸੀ, ਸੋ ਥੱਕ ਕੇ ਪੰਜਾਬ ਵਿੱਚ ਜੰਗ ਕਰ ਕਰਕੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ, ਉਹ ਜਦੋਂ ਮੁੜਿਆ ਤੇ ਉਹ ਮੁੜਦਾ ਜਾਂਦਾ ਜਦੋਂ ਇਹ ਖਾਲਸੇ ਦੀ ਨੀਤੀ ਹੀ ਹੁੰਦੀ ਸੀ, ਜਦੋਂ ਕੋਈ ਵੀ ਦੇਸ਼ ਨੂੰ ਲੁੱਟ ਕੇ ਜਿੰਨੇ ਵੀ ਲੁਟੇਰੇ ਸੀ ਉਹ ਕਾਬਲ ਨੂੰ ਜਾਂ ਹੋਰ ਪਾਸੇ ਜਾਂਦੇ ਹੁੰਦੇ ਸੀ, ਜਦੋਂ ਪੰਥ ਖਾਲਸਾ ਉਹਨਾਂ ਨੂੰ ਹਮਲਾ ਕਰਕੇ ਜਿੰਨਾ ਵੀ ਸੀ ਸਾਜੋ ਸਮਾਨ ਲੁੱਟ ਲੈਂਦਾ ਹੁੰਦਾ ਸੀ। ਮੇਨ ਗੱਲ ਤਾਂ ਸਾਜੋ ਸਮਾਨ ਦੀ ਨਹੀਂ ਸੀ ਹੁੰਦੀ, ਮੇਨ ਗੱਲ ਇਹਦੀ ਹੁੰਦੀ ਸੀ ਉਹ ਦੇਸ਼ ਦੀਆਂ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਹੁੰਦੇ ਸੀ। ਸੋ ਉੱਥੋਂ ਦੇ ਲੋਕਾਂ ਨੂੰ ਸਿਰ ਪੰਥ ਖਾਲਸੇ ਦੇ ਉੱਤੇ ਹੀ ਆਸ ਹੁੰਦੀ ਸੀ ਕਿ ਉਹ ਇਹਨਾਂ ਨੂੰ ਸਾਡੀਆਂ ਦੇਸ਼ ਦੀਆਂ ਧੀਆਂ ਭੈਣਾਂ ਨੂੰ ਵਾਪਸ ਉਹਨਾਂ ਦੇ ਕੋਲੋਂ ਛਡਵਾ ਕੇ ਲਿਆਉਂਦੇ ਹਨ। ਮੁਲਕ ਆਕੀ ਇਮ ਉਸਤੇ ਰਹਿਓ। ਸੋ ਜਿੰਨਾ ਵੀ ਮੁਲਕਾਂ ਦਾ ਮੁਗਲਾਂ ਦਾ ਮੁਲਕ ਸੀ, ਜਿੰਨੇ ਵੀ ਉੱਥੋਂ ਦੀ ਜਿੰਨੀ ਵੀ ਪ੍ਰਜਾ ਸੀ, ਸੋ ਉਹਨਾਂ ਦੇ ਕੋਲੋਂ ਆਕੀ ਹੋ ਗਈ। ਸ਼ਾਹ ਦੁਸ਼ਟ ਇਮ ਕਪਟ ਉਚਾਰਾ। ਸੋ ਉਹਨੇ ਇਦਾਂ ਦਾ ਕਰਕੇ ਹੀ ਜਿੰਨੀ ਵੀ ਅੰਗਰੇਜ਼ ਨੂੰ ਸੀ, ਸੋ ਇਹੋ ਜਿਹੀ ਉਹਨੇ ਬਚਨ ਕਹੇ ਕਿ ਇਹਨਾਂ ਨੇ ਕੋਈ ਨਹੀਂ ਕੰਮ ਸਵਾਰਿਆ। ਉਹਨੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿੰਨਾ ਵੀ ਸੰਸਾਰ ਦਾ ਭਲਾ ਕੀਤਾ, ਮਹਾਰਾਜ ਨੇ ਬਾਣੀ ਦਾ ਪ੍ਰਚਾਰ ਕੀਤਾ। ਭਗਤਾਂ ਨੇ ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਜੀ ਨੇ, ਸੋ ਇਹੋ ਜਿਹੇ ਜਿੰਨਾ ਵੀ ਸੰਸਾਰ ਦੇ ਭਲੇ ਦੇ ਲਈ ਮਹਾਰਾਜ ਨੇ ਵੇਦ ਬਾਣੀ ਉਚਾਰੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਬਾਣੀ ਉਚਾਰੀ। ਤੇ ਸੋ ਇਸ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ, ਸਿਰਫ ਉਹਨਾਂ ਨੇ ਵੀ ਇੱਦਾਂ ਦਾ ਲੁੱਟਾਂ ਖੋਹਾਂ ਕੀਤੀਆਂ, ਜੰਗਾਂ ਕੀਤੀਆਂ। ਸੋ ਇਹੋ ਜਿਹੇ ਮਾੜੇ ਬਚਨ ਜਿਹੜਾ ਕਿ ਇੱਕ, ਕਿਉਂਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਸੋ ਉਹਨੇ ਇੱਕੋ ਹੀ ਪਹਿਲੂ ਦਿਖਾਇਆ। ਸੋ ਇਹੋ ਜਿਹੇ ਬਚਨ ਜਿੱਦਾਂ ਉਹ ਸਿੰਘਾਂ ਦੇ ਬਾਰੇ ਅੰਗਰੇਜ਼ਾਂ ਨੂੰ ਦੱਸਿਆ। ਸੋ ਉਸ ਤੋਂ ਬਾਅਦ ਵਿੱਚ ਅੰਗਰੇਜ਼ ਜਿਹੜਾ ਆਉਂਦਾ ਆ ਉੱਥੋਂ, ਕਿਉਂਕਿ ਜਿੰਨੇ ਵੀ ਅੰਗਰੇਜ਼ ਸੀ ਹੁੰਦੇ ਆ, ਅੰਗਰੇਜ਼ ਹਰ ਇੱਕ ਗੱਲ ਨੂੰ ਸਰਟੀਫਾਈ ਕਰਦੇ ਆ, ਉਹ ਵੀ ਕੋਈ ਗਲਤ ਗੱਲ ਨਾ ਲਿਖੋ ਜੇ। ਹੁਣ ਦੇ ਸਮੇਂ ਜਿੱਦਾਂ ਉਹ ਅੰਗਰੇਜ਼ ਆਪਦੀਆਂ ਡਾਇਰੀਆਂ, ਉਸ ਸਮੇਂ ਵੀ ਡਾਇਰੀਆਂ ਲਾਉਂਦੇ ਹੁੰਦੇ ਸੀ, ਕਿਉਂਕਿ ਇਤਿਹਾਸਕ ਜਿਹੜੇ ਹਿਸਟੋਰੀਕਲ ਚੀਜ਼ਾਂ ਹੁੰਦੀਆਂ ਆ, ਸੋ ਇਦਾਂ ਹੀ ਉਹਨਾਂ ਦਾ ਰੈਕੋਰਡ ਰੱਖਿਆ ਜਾਂਦਾ ਆ। ਸੋ ਉਸ ਤੋਂ ਬਾਅਦ ਵਿੱਚ ਜਿਹੜੇ ਅੰਗਰੇਜ਼ ਕਿੱਦਾਂ ਭਾਈ ਰਤਨ ਸਿੰਘ ਜੀ ਭੰਗੂ ਦੇ ਕੋਲ ਆਉਂਦੇ ਆ, ਸੋ ਆ ਕੇ ਉਹਨਾਂ ਦੇ ਕੋਲੋਂ ਸਾਰਾ ਖਾਲਸੇ ਦਾ ਇਤਿਹਾਸ ਪੁੱਛਦੇ ਆ। ਤੇ ਭਾਈ ਰਤਨ ਸਿੰਘ ਜੀ ਭੰਗੂ ਅਸਲ ਇਤਿਹਾਸ, ਕਿਉਂਕਿ ਹੁਣ ਦੀਆਂ ਕਿਤਾਬਾਂ ਦੇ ਵਿੱਚ ਜਿੰਨੀਆਂ ਵੀ ਨਵੀਆਂ ਕਿਤਾਬਾਂ ਆਉਂਦੀਆਂ, ਉਹ ਕਾਪੀ ਤਾਂ ਇਸ ਇਤਿਹਾਸ ਨੂੰ ਹੀ ਕਰਦੀਆਂ ਆ, ਪਰ ਗੱਲ ਇਹ ਆ ਉਹਨਾਂ ਦੇ ਕੋਲ ਆਪਣਾ ਕੋਈ ਸੋਰਸ ਨਹੀਂ ਹੁੰਦਾ। ਉਹ ਗਲਤ ਇਤਿਹਾਸ ਇਹਨੂੰ ਵੀ ਗਲਤ ਠਹਿਰਾਉਂਦੇ ਆ, ਸੋ ਹੋਰ ਪੁਰਾਣੇ ਗ੍ਰੰਥ ਉਹਨੂੰ ਵੀ ਗਲਤ ਠਹਿਰਾਉਂਦੇ ਆ। ਸੋ ਅੱਗੇ ਜਾ ਕੇ ਆਪਾਂ ਜੋ ਵੀ ਸਿੱਖਾਂ ਦਾ ਅਸਲ ਇਤਿਹਾਸ ਆ, ਪੰਥ ਖਾਲਸੇ ਦਾ, ਕਿੱਦਾਂ ਨਿਹੰਗਾਂ ਸਿੰਘਾਂ ਨੇ ਕਿੱਡੀਆਂ ਤਕੜੀਆਂ ਜੰਗਾਂ ਲੜੀਆਂ, ਤੇ ਹੁਣ ਕਿਉਂ ਨਿਹੰਗ ਸਿੰਘ ਗੁਪਤ ਹੋਏ ਆ, ਕਿਹੜਾ ਸਮਾਂ ਚੱਲਦਾ ਪਿਆ ਆ, ਜਿੱਦਾਂ ਦਾ ਸਮਾਂ ਨਵਾਬ ਕਪੂਰ ਸਿੰਘ ਦੇ ਸਮੇਂ ਚੱਲਦਾ ਸੀ। ਸੋ ਕਿੱਦਾਂ ਇਹ ਬਹੁਤ ਸਵਾਲ ਆਮ ਸੰਗਤ ਦੇ ਮਨਾਂ ਦੇ ਵਿੱਚ ਆਉਂਦਾ ਆ, ਕਿਉਂਕਿ ਹੁਣ ਦੇ ਸਮੇਂ ਹੁਣ ਬਹੁਤ ਜ਼ਿਆਦਾ ਪੰਥ ਸਿੱਖ ਕੌਮ, ਕਿਉਂਕਿ ਜਿਹੜਾ ਇਹ ਖਾਲਸਾ ਆ, ਇਹ ਪੰਥ ਖਾਲਸਾ ਆ, ਸਿੱਖ ਕੋਈ ਕੌਮ ਨਹੀਂ ਹੈ। ਇਸ ਬਾਰੇ ਵੀ ਆਪਾਂ ਅੱਗੇ ਜਾ ਕੇ ਜ਼ਿਕਰ ਕਰਾਂਗੇ। ਸੋ ਉਸ ਬਾਰੇ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਸੋ ਇੰਨੀ ਹੀ ਸੇਵਾ ਪ੍ਰਵਾਨ ਕਰਿਓ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਗੱਜ ਕੇ ਜਗਰਗ ਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ ਬਾਬਾ ਵਿਨੋਦ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਜੀ ਦੇ ਮਨ ਨੂੰ ਭਾਵੇ, ਨਿਹਾਲ ਹੋ ਜਾਵੇ ਸ੍ਰੀ ਅਕਾਲ। ਗੱਜ ਕੇ ਜਗਰਗ ਜਾਵੇ, ਨਿਹਾਲ ਹੋ ਜਾਵੇ, ਸ਼੍ਰੋਮਣੀ ਪੰਥ ਅਕਾਲੀ ਬੁੱਢ ਦਲ ਦੇ ਮਨ ਨੂੰ ਭਾਵੇ, ਨਿਹਾਲ ਹੋ ਜਾਵੇ ਸ੍ਰੀ ਅਕਾਲ। ਗੁਰਬਰੇ ਅਕਾਲ ਦੇਖ ਤੇਗ ਫਤਿਹ, ਖਾਲਸੇ ਦੀ ਹਰ ਦੋ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।